एक ओंकार सतगुर प्रसाद। श्री वाहिगुरु जी की फतेह। श्री भगवती जी सहाय। औध प्रवेश वर्णन। सवैया। पेट पुजा पर अंक पले पर नैन दो निरखे रघुराए। परशुराम श्री राम ਨੂੰ ਚੰਗੀ ਤਰ੍ਹਾਂ ਜੱਫੀ ਪਾ ਕੇ ਅਤੇ ਗਲੇ ਲਾ ਕੇ ਮਿਲੇ ਅਤੇ ਦੋਹਾਂ ਨੈਣਾਂ ਨਾਲ ਉਹਨਾਂ ਨੂੰ ਵੇਖਿਆ। ਗੁੰਜਤ ਪ੍ਰਿੰਗ ਕਪੋਲਨ ਉਪਰ ਨਾਗ ਲਵੰਗ ਰਹੇ ਲਿਵਲਾਏ। ਸ਼੍ਰੀ ਰਾਮ ਦੀਆਂ ਗੱਲਾਂ ਉੱਤੇ ਭੋਰੇ ਗੁੰਜਦੇ ਸਨ। ਟੇਡੀਆਂ ਜ਼ੁਲਫਾਂ ਸੱਪਾਂ ਦੇ ਬੱਚਿਆਂ ਵਾਂਗ ਅੰਗਾਂ ਉੱਤੇ ਮੋਹਿਤ ਹੋ ਰਹੀਆਂ ਸਨ। ਕੰਜ ਕੁਰੰਗ ਕਲਾ ਨਿਧ ਕੇ ਹਰ ਕੋਕਿਲ ਹੇਰ ਹੀਏ ਹਹਰਾਏ। ਹੱਥਾਂ ਨੂੰ ਵੇਖ ਕੇ ਕਮਲ, ਅੱਖਾਂ ਨੂੰ ਵੇਖ ਕੇ ਹਿਰਨ, ਮੁੱਖ ਨੂੰ ਵੇਖ ਕੇ ਚੰਦਰਮਾ, ਲੱਕ ਨੂੰ ਵੇਖ ਕੇ ਸ਼ੇਰ ਅਤੇ ਆਵਾਜ਼ ਨੂੰ ਸੁਣ ਕੇ ਕੋਇਲ ਦਿਲ ਵਿੱਚ ਹੈਰਾਨ ਹੋ ਰਹੀ ਸੀ। ਬਾਲ ਲਖੇ ਛਬ ਖਾਟ ਪਰੇ ਨਹਿ ਬਾਟ ਚਲੇ ਨਿਰਖੇ ਅਧਿਕਾਏ। ਜੋ ਜਵਾਨ ਇਸਤਰੀਆਂ ਸ਼੍ਰੀ ਰਾਮ ਦੀ ਛਵੀ ਨੂੰ ਵੇਖਦੀਆਂ ਸਨ, ਉਹਨਾਂ ਨੂੰ ਮੰਜੀ 'ਤੇ ਲੇਟਣਾ ਭੁੱਲ ਜਾਂਦਾ ਸੀ ਅਤੇ ਜੋ ਰਾਹੀ ਦੇਖਦੇ ਸਨ, ਉਹ ਰਸਤੇ ਉੱਤੇ ਚੱਲਣਾ ਉਚਕ ਜਾਂਦੇ ਸਨ। ਸਿਯ ਰਹੀ ਮੁਰਛਾਏ ਮਨੇ ਰਨ ਰਾਮ ਕਹਾਂ ਮਨ ਬਾਤ ਤਰੇਂਗੇ। ਸ਼੍ਰੀ ਰਾਮ ਵੱਲੋਂ ਪਰਸ਼ੁਰਾਮ ਦਾ ਧਨੁਸ਼ ਚੜਾਉਣ ਵੇਲੇ ਸੀਤਾ ਜੀ ਮਨ ਵਿੱਚ ਮੁਰਛਿਤ ਹੋਈ ਸੋਚਣ ਲੱਗੀ ਕਿ ਸ਼੍ਰੀ ਰਾਮ ਜੀ ਮਨ ਵਿੱਚ ਇਸ ਗੱਲ ਨੂੰ ਵਸਾ ਲੈਣਗੇ। ਤੋਰ ਸਰਾਸਨ ਸੰਕਰ ਕੋ ਜਿਮ ਮੋਹ ਬਰਿਓ ਤਿਮ ਔਰ ਬਰੇਂਗੇ। ਕਿ ਜਿਵੇਂ ਸ਼ਿਵ ਧਨੁਸ਼ ਤੋੜ ਕੇ ਮੈਨੂੰ ਵਿਆਹਿਆ ਹੈ, ਤਿਵੇਂ ਇਸ ਦੇ ਧਨੁਸ਼ ਨੂੰ ਤੋੜ ਕੇ ਇੱਕ ਹੋਰ ਨੂੰ ਵਿਆਹ ਲਿਆਉਣਗੇ। ਦੂਸਰ ਵਿਆਹ ਬਧੂ ਅਬ ਹੀ ਮਨ ਤੇ ਮੋਹ ਨਾਥ ਬਿਸਾਰ ਡਰੇਂਗੇ। ਜੇਕਰ ਹੁਣੇ ਹੀ ਇਹਨਾਂ ਨੇ ਦੂਜੀ ਇਸਤਰੀ ਵਿਆਹ ਲਈ ਤਾਂ ਸਵਾਮੀ ਜੀ ਮੈਨੂੰ ਜ਼ਰੂਰੀ ਹੀ ਮਨ ਤੋਂ ਭੁਲਾ ਦੇਣਗੇ। ਦੇਖਤ ਹੋ ਨਿਜ ਭਾਗ ਪਲੇ ਬਿਦ ਆਜ ਕਹਾਂ ਇਹ ਠੌਰ ਕਰੇਂਗੇ। ਕੀ ਮੈਂ ਆਪਣੇ ਚੰਗੇ ਭਾਗ ਦੇਖ ਰਹੀ ਹਾਂ? ਪਤਾ ਨਹੀਂ ਅੱਜ ਬ੍ਰਹਮਾ ਇਸ ਥਾਂ 'ਤੇ ਕੀ ਕਰ ਦੇਵੇਗਾ। ਤਉ ਹੀ ਲਉ ਰਾਮ ਜਿਤੇ ਦਿਜ ਕਉ ਆਪਣੇ ਦਲ ਆਏ ਬਜਾਏ ਬਧਾਈ। ਤਉ ਹੀ ਲਉ ਰਾਮ ਜਿਤੇ ਦਿਜ ਕਉ ਆਪਣੇ ਦਲ ਆਏ ਬਜਾਏ ਬਧਾਈ। ਇੰਨੇ ਚਿਰ ਵਿੱਚ ਸ਼੍ਰੀ ਰਾਮ ਬ੍ਰਾਹਮਣ ਨੂੰ ਜਿੱਤ ਕੇ ਆਪਣੇ ਦਲ ਵਿੱਚ ਆ ਗਏ ਅਤੇ ਵੰਜੰਤਰੀਆਂ ਨੇ ਵਧਾਈ ਵਜਾ ਦਿੱਤੀ। ਪਗੁਲ ਲੋਕ ਫਿਰੇ ਸਭ ਹੀ ਰਣ ਮੋਂ ਲਖ ਰਾਘਵ ਕੀ ਅਧਿਕਾਈ। ਰਣ ਵਿੱਚ ਰਾਮ ਦੀ ਜਿੱਤ ਸੁਣ ਕੇ ਸਾਰੇ ਭਗੌੜੇ ਲੋਕ ਡਰ ਨਾਲ ਇੱਧਰ ਉੱਧਰ ਘੁੰਮਣ ਲੱਗੇ। ਸਿਯ ਰਹੀ ਰਨ ਰਾਮ ਜਿਤੇ ਅਵਧੇਸਰ ਬਾਤ ਜਬੇ ਸੁਨ ਪਾਈ। ਸੀਤਾ ਜੀ ਆਪਣੇ ਕੋਲ ਰਹੀ ਹੈ ਅਤੇ ਰਣ ਵਿੱਚ ਰਾਮ ਜਿੱਤੇ ਹਨ। ਇਹ ਗੱਲ ਜਦੋਂ ਦਸ਼ਰਥ ਨੇ ਸੁਣੀ, ਫੂਲ ਗਇਓ ਅਤ ਹੀ ਮਨ ਮੈਂ ਤਨ ਕੇ ਘਨ ਕੀ ਬਰਖਾ ਬਰਖਾਈ। ਤਾਂ ਮਨ ਵਿੱਚ ਬਹੁਤ ਪ੍ਰਸੰਨ ਹੋਇਆ ਅਤੇ ਧਨ ਦਾ ਬੱਦਲ ਬਣ ਕੇ ਮੀਂਹ ਵਸਾ ਦਿੱਤਾ। ਬੰਧਨ ਵਾਰ ਬਧੀ ਸਭ ਹੀ ਦਰ ਚੰਦਨ ਸੋ ਛਿਰਕੇ ਗ੍ਰਹਿ ਸਾਰੇ। ਸਾਰਿਆਂ ਘਰਾਂ ਦੇ ਬੂਹਿਆਂ ਉੱਤੇ ਬੰਧਨਵਾਰ ਬੰਨ੍ਹੀਆਂ ਗਈਆਂ ਚੰਦਨ ਨਾਲ ਸਾਰੇ ਘਰ ਛਿੜਕੇ ਗਏ। ਕੇਸਰ ਡਾਰ ਬਰਾਤਨ ਪੈ ਸਭ ਹੀ ਜਨ ਹੋਏ ਪੁਰਹੂਤ ਪਧਾਰੇ। ਕੇਸਰ ਘੋਲ ਕੇ ਜੀਆਂ ਉੱਪਰ ਪਾਇਆ ਗਿਆ।
ਸਾਰੇ ਹੀ ਵਿਅਕਤੀ ਇੰਦਰ ਵਾਂਗੂ ਸਜ ਕੇ ਤੁਰੇ। ਬਾਜਤ ਤਾਲ ਮੁਚੰਗ ਪਖਾਵਜ ਨਾਚਤ ਕੋਟਨ ਕੋਟ ਅਖਾਰੇ। ਬਾਜਤ ਤਾਲ ਮੁਚੰਗ ਪਖਾਵਜ ਨਾਚਤ ਕੋਟਨ ਕੋਟ ਅਖਾਰੇ। ਤਾਲ ਮ੍ਰਿਦੰਗ ਪਖਾਵਜ ਆਦ ਵਾਜੇ ਵੱਜ ਰਹੇ ਸਨ ਅਤੇ ਕੋਟਾਨ ਕੋਟ ਨਾਚ ਗਾਣੇ ਦੇ ਅਖਾੜੇ ਬਣੇ ਹੋਏ ਸਨ। ਆਨ ਮਿਲੇ ਸਭ ਹੀ ਅਗੁਆ ਸੁਤ ਕਉ ਪਿਤ ਲੈ ਪੁਰ ਔਦ ਸਿਧਾਰੇ। ਪੇਸ਼ਵਾਈ ਲਈ ਸਭ ਲੋਕ ਅੱਗੇ ਆ ਕੇ ਮਿਲੇ ਅਤੇ ਪੁੱਤਰ ਨੂੰ ਲੈ ਕੇ ਪਿਤਾ ਅਯੋਧਿਆ ਨਗਰ ਨੂੰ ਚਲੇ ਗਏ। ਚੌਪਈ। ਸਭਹੁ ਮਿਲ ਗਿਲ ਕੀਓ ਉਛਾਹਾ। ਸਭ ਨੇ ਮਿਲ ਜੁਲ ਕੇ ਉਤਸ਼ਾਹ ਪ੍ਰਗਟ ਕੀਤਾ। ਪੂਤ ਤਿਹੂ ਕਉ ਰਚਿਓ ਬਿਆਹਾ। ਰਾਜੇ ਨੇ ਤਿੰਨਾਂ ਪੁੱਤਰਾਂ ਦਾ ਵਿਆਹ ਰਚਾਇਆ। ਰਾਮ ਸਿਆ ਬਰ ਕੇ ਘਰ ਆਏ। ਰਾਮ ਸੀਤਾ ਨੂੰ ਵਿਆਹ ਕੇ ਘਰ ਆਏ। ਦੇਸ ਵਿਦੇਸਨ ਹੋਤ ਬਧਾਏ। ਦੇਸ਼ਾਂ ਪਰਦੇਸਾਂ ਵਿੱਚ ਵਧਾਈ ਦਾ ਮਾਹੌਲ ਬਣ ਗਿਆ। ਜਹ ਤਹ ਹੋਤ ਉਤਸ਼ਾਹ ਅਪਾਰੂ। ਜਿੱਥੇ ਕਿਤੇ ਬਹੁਤ ਉਤਸ਼ਾਹ ਦਿਸ ਰਿਹਾ ਸੀ। ਤਿਹੂ ਸੁਤਨ ਕੋ ਵਿਆਹ ਵਿਚਾਰੂ। ਹਰ ਪਾਸੇ ਰਾਜੇ ਦੇ ਤਿੰਨਾਂ ਪੁੱਤਰਾਂ ਦੇ ਵਿਆਹ ਦਾ ਹੀ ਵਿਚਾਰ ਹੋ ਰਿਹਾ ਸੀ। ਬਾਜਤ ਤਾਲ ਮ੍ਰਿਦੰਗ ਅਪਾਰਨ। ਅਪਾਰ ਤਾਲ ਅਤੇ ਮ੍ਰਿਦੰਗ ਵੱਜ ਰਹੇ ਸਨ। ਨਾਚਤ ਕੋਟਨ ਕੋਟ ਅਖਾਰਨ। ਬਹੁਤ ਅਧਿਕ ਨਾਚ ਮੰਡਲੀਆਂ ਨਾਚ ਕਰ ਰਹੀਆਂ ਸਨ। ਬਨ ਬਨ ਬੀਰ ਪਖਰੀਆ ਚਲੇ। ਘੋੜ ਸਵਾਰ ਸੂਰਮੇ ਸਜ ਸਜ ਕੇ ਜਾ ਰਹੇ ਸਨ। ਜੋ ਬਨਵੰਤ ਸਿਪਾਹੀ ਭਲੇ। ਜੇ ਜਵਾਨ ਚੰਗੇ ਸਿਪਾਹੀ ਸਨ। ਪਏ ਜਾਏ ਸਥਿਤ ਨ੍ਰਿਪ ਦਰ ਪਰ। ਰਾਜੇ ਦਸ਼ਰਥ ਦੇ ਦੁਆਰ ਤੇ ਜਾ ਪਹੁੰਚੇ ਸਨ। ਮਹਾਰਥੀ ਅਰ ਮਹਾ ਤਨਵਤਰ। ਮਹਾਰਥੀ ਅਤੇ ਵੱਡੇ ਧਨੁਸ਼ਧਾਰੀ। ਬਾਜਤ ਜੰਗ ਮੁਚੰਗ ਅਪਾਰਨ। ਅਪਾਰਾ ਹੀ ਟਲ ਅਤੇ ਮੁਚੰਗ ਵੱਜ ਰਹੇ ਸਨ। ਢੋਲ ਮ੍ਰਿਦੰਗ ਸੁਰੰਗ ਸੁਧਾਰਨ। ਢੋਲ ਮ੍ਰਿਦੰਗ ਤੇ ਸੁਰੰਗ ਦੀ ਸੁਰ ਵੀ ਮਿਲਾਈ ਜਾ ਰਹੀ ਸੀ। ਗਾਵਤ ਗੀਤ ਚੰਚਲਾ ਨਾਰੀ। ਵੇਸ਼ਿਆਵਾਂ ਗੀਤ ਗਾ ਰਹੀਆਂ ਸਨ। ਨੈਣ ਨਚਾਏ ਬਜਾਵਤ ਤਾਰੀ। ਅਤੇ ਨੈਣਾ ਨੂੰ ਮਟਕਾ ਕੇ ਹੱਥਾਂ ਦੀ ਤਾੜੀ ਵਜਾ ਰਹੀਆਂ ਸਨ। ਪਿਚਕਨ ਹਵਸ ਨਾ ਤਨ ਕੀ ਰਹੀ। ਮੰਗਤਿਆਂ ਨੂੰ ਤਨ ਦੀ ਇੱਛਾ ਨਾ ਰਹੀ। ਦਾਨ ਸਵਰਨ ਸਰਤਾ ਹੋਏ ਬਹੀ। ਸੋਨੇ ਦੇ ਦਾਨ ਦੀ ਮਾਨੋ ਨਦੀ ਵਗ ਰਹੀ ਹੋਵੇ। ਏਕ ਬਾਤ ਮਾਂਗਨ ਕਉ ਆਵੇ। ਜੇ ਕੋਈ ਇੱਕ ਚੀਜ਼ ਮੰਗਣ ਲਈ ਆਉਂਦਾ ਸੀ। ਬੀਸਕ ਬਾਤ ਘਰੇ ਲੈ ਜਾਵੇ। ਤਾਂ ਉਹ 20 ਚੀਜ਼ਾਂ ਲੈ ਕੇ ਘਰ ਜਾਂਦਾ ਸੀ। ਬਨ ਬਨ ਚਲਤ ਪਏ ਰਘੁਨੰਦਨ। ਰਾਮ ਚੰਦਰ ਸਜ ਧਜ ਕੇ ਤੁਰ ਪਏ ਸਨ। ਉਹ ਇੰਝ ਪ੍ਰਤੀਤ ਹੋ ਰਹੇ ਸਨ। ਫੂਲੇ ਪੁਹਪ ਬਸੰਤ ਜਾਨ ਬਨ। ਮਾਨੋ ਬਨ ਵਿੱਚ ਬਸੰਤ ਰੁੱਤ ਦੇ ਫੁੱਲ ਖਿੜੇ ਹੋਣ। ਸੋਬਤ ਕੇਸਰ ਅੰਗ ਡਰਾਇਓ। ਉਹਨਾਂ ਦੇ ਸਰੀਰ ਉੱਤੇ ਪਾਇਆ ਕੇਸਰ ਇਸ ਤਰ੍ਹਾਂ ਸ਼ੋਭਾ ਪਾ ਰਿਹਾ ਸੀ। ਆਨੰਦ ਹੀਏ ਉਛਰ ਜਨ ਆਇਓ। ਮਾਨੋ ਹਿਰਦੇ ਦਾ ਆਨੰਦ ਉਛਲ ਕੇ ਬਾਹਰ ਆ ਗਿਆ ਹੋਵੇ। ਸਾਜਤ ਪਏ ਅਮਿਤ ਚਤੁਰੰਗਾ। ਉਹਨਾਂ ਨੇ ਆਪਣੀ ਅਮਿਤ ਚਤੁਰੰਗੀ ਸੈਨਾ ਨੂੰ ਇਸ ਤਰ੍ਹਾਂ ਸਜਾਇਆ ਹੋਇਆ ਸੀ। ਉਮੜ ਚਲਤ ਜਹ ਬਿਧ ਕਰ ਗੰਗਾ। ਉਮੜ ਚਲਤ ਜਹ ਬਿਧ ਕਰ ਗੰਗਾ। ਜਿਸ ਤਰ੍ਹਾਂ ਗੰਗਾ ਉਮੜ ਕੇ ਚਲਦੀ ਹੈ। ਪਲ ਪਲ ਕੁੰਵਰ ਚੜੇ ਸਜ ਸੈਨਾ।
ਚੰਗੇ ਚੰਗੇ ਰਾਜਕੁਮਾਰ ਸੈਨਾ ਸਜਾ ਕੇ ਚੜ ਪਏ ਸਨ। ਕੋਟਕ ਚੜੇ ਸੂਰ ਜਨ ਗਹਿਣਾ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਕਰੋੜਾਂ ਸੂਰਜ ਆਕਾਸ਼ ਵਿੱਚ ਚੜੇ ਹੋਏ ਹੋਣ। ਪਰਤ ਸਹਿਤ ਸੋਬਤ ਸਭ ਭਰਾਤਾ। ਪਰਤ ਸਮੇਤ ਸਾਰੇ ਭਰਾ ਸ਼ੋਭਾ ਪਾ ਰਹੇ ਸਨ। ਕਹਿ ਨਾ ਪਰਤ ਮੁਖ ਤੇ ਕਛੂ ਬਾਤਾ। ਉਹਨਾਂ ਬਾਰੇ ਮੁਖ ਤੋਂ ਕੁਝ ਵੀ ਵਰਣਨ ਨਹੀਂ ਕੀਤਾ ਜਾ ਸਕਦਾ ਸੀ। ਮਾਤਨ ਮਨ ਸੁੰਦਰ ਸੁਤ ਮੋਹੇ। ਸੁੰਦਰ ਪੁੱਤਰ ਮਾਵਾਂ ਦੇ ਮਨ ਮੋਹ ਰਹੇ ਸਨ। ਜਨ ਦੈਂਤ ਗ੍ਰਹਿ ਰਵ ਸਸ ਦਉ ਸੋਹੇ। ਇੰਜ ਲੱਗਦਾ ਸੀ ਮਾਨੋ ਦਿੱਤੀ ਅਦਿੱਤੀ ਦੇ ਘਰ ਚੰਦ ਤੇ ਸੂਰਜ ਦੋਵੇਂ ਸ਼ੋਭ ਰਹੇ ਹੋਣ। ਇਹ ਬਿਧ ਕੇ ਸਜ ਸੁਧ ਬਰਾਤਾ। ਇਸ ਤਰ੍ਹਾਂ ਦੀ ਜੁਗਤ ਨਾਲ ਜਨ ਸੋਹਣੀ ਸਜੀ ਹੋਈ ਸੀ। ਕਛੂ ਨਾ ਪਰਤ ਕਹੇ ਤਿਨ ਕੀ ਬਾਤਾ ਕਿ ਉਹਨਾਂ ਦਾ ਕੁਝ ਵੀ ਵਰਣਨ ਨਹੀਂ ਹੋ ਸਕਦਾ ਸੀ। ਬਾੜਤ ਕਹਿਤ ਗ੍ਰੰਥ ਬਾਤਨ ਕਰ। ਕਿਉਂਕਿ ਇਹ ਗੱਲਾਂ ਕਹਿਣ ਨਾਲ ਗ੍ਰੰਥ ਦਾ ਆਕਾਰ ਵੱਡਾ ਹੋ ਜਾਏਗਾ। ਬਿਦਾ ਹੋਣ ਸਿਸ ਚਲੇ ਤਾਤ ਕਰ। ਇਸ ਤਰ੍ਹਾਂ ਰਾਜਕੁਮਾਰ ਪੁੱਤਰ ਪਿਤਾ ਦੇ ਘਰ ਵਿਦਾ ਹੋਣ ਲਈ ਜਾ ਰਹੇ ਸਨ। ਆਏ ਪਿਤਾ ਕਹੂੰ ਕੀਨ ਪ੍ਰਣਾਮਾ। ਪੁੱਤਰਾਂ ਨੇ ਆ ਕੇ ਪਿਤਾ ਨੂੰ ਪ੍ਰਣਾਮ ਕੀਤਾ। ਜੋਰ ਪਾਨ ਠਾੜੇ ਬਨ ਤਾਮਾ। ਤਿੰਨੇ ਬਲਵਾਨ ਪੁੱਤਰ ਹੱਥ ਜੋੜ ਕੇ ਖੜੇ ਹੋ ਗਏ। ਨਿਰਖ ਪੁੱਤਰ ਆਨੰਦ ਮਨ ਭਰੇ। ਪੁੱਤਰਾਂ ਨੂੰ ਵੇਖ ਕੇ ਪਿਤਾ ਦਾ ਮਨ ਆਨੰਦ ਨਾਲ ਭਰ ਗਿਆ। ਦਾਨ ਬਹੁਤ ਵਿਪਨ ਕਹਿ ਕਰੇ। ਉਸਨੇ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤਾ। ਤਾਤ ਮਾਤ ਲੈ ਕੰਠ ਲਗਾਏ। ਮਾਤਾ ਤੇ ਪਿਤਾ ਨੇ ਪੁੱਤਰਾਂ ਨੂੰ ਇਉਂ ਗਲ ਨਾ ਲਾ ਲਿਆ। ਜਨ ਦੋਏ ਰਤਨ ਨਿਰਤਨੀ ਪਾਏ। ਮਾਨੋ 2 ਜਨਮਾਂ ਦੇ ਕੰਗਲਿਆਂ ਨੇ ਰਤਨ ਲੱਭ ਲਏ ਹੋਣ। ਬਿਦਾ ਮਾਗ ਜਬ ਗਏ ਰਾਮ ਕਰ। ਜਦੋਂ ਵਿਦਾ ਹੋਣ ਲਈ ਭਰਾ ਰਾਮ ਦੇ ਘਰ ਗਏ। ਸੀਸ ਰਹੇ ਤਰ ਚਰਨ ਕਮਲ ਪਰ। ਤਾਂ ਉਹਨਾਂ ਦੇ ਚਰਨ ਕਮਲਾਂ ਉੱਤੇ ਸਿਰ ਰੱਖ ਦਿੱਤਾ। ਕਬਿਤ। ਰਾਮ ਬਿਦਾ ਕਰੇ ਸਿਰ ਚੁਮਿਓ ਪਾਨ ਪੀਠ ਤਰੇ ਆਨੰਦ ਸੋ ਪਰੇ ਲੈ ਤੰਬੋਰ ਆਗੇ ਤਰੇ ਹੈ। ਰਾਮ ਨੇ ਭਰਾਵਾਂ ਨੂੰ ਵਿਦਾ ਕਰਨ ਲੱਗਿਆਂ ਉਹਨਾਂ ਦਾ ਸਿਰ ਚੁੰਮਿਆ ਅਤੇ ਪਿੱਠ ਤੇ ਹੱਥ ਫੇਰਿਆ ਅਤੇ ਆਨੰਦ ਪੂਰਵਕ ਪਾਨ ਬੀੜੇ ਅੱਗੇ ਰੱਖੇ। ਧੁੰਦ ਵੀ ਬਜਾਏ तीनों पाए। यों चलत पए मानो सूर चंद कोट आन अवतरे हैं। ਤੌਂਸਾ ਵਜਾ ਕੇ ਤਿੰਨੇ ਭਰਾ ਇਸ ਤਰ੍ਹਾਂ ਤੁਰ ਪਏ ਮਾਨੋ ਕਰੋੜਾਂ ਸੂਰਜ ਤੇ ਚੰਦਰਮਾ ਆ ਉਤਰੇ ਹੋਣ। ਕੇਸਰ ਸੋ ਪੀਜੇ ਪਟ ਸੋਭਾ ਦੇਤ ਐਸੀ ਪਾਤ ਮਾਨੋ ਰੂਪ ਰਾਗ ਕੇ ਸੁਹਾਗ ਭਾਗ ਪਰੇ ਹੈ। ਕੇਸਰ ਨਾਲ ਭਿੱਜੇ ਹੋਏ ਕੱਪੜੇ ਇਸ ਤਰ੍ਹਾਂ ਸ਼ੋਭਾ ਦਿੰਦੇ ਸਨ ਮਾਨੋ ਰੂਪ ਰਾਗ ਸੁਹਾਗ ਅਤੇ ਭਾਗ ਤੇ ਭਰੇ ਹੋਏ ਹੋਣ। ਰਾਜਾ ਅਵਤੇਸ ਕੇ ਕੁਮਾਰ ਐਸੇ ਸ਼ੋਭਾ ਦੇਤ ਕਾਮਜੂ ਨੇ ਕੋਟਿਕ ਕਲਿਓਰਾ ਕੈਦੋਂ ਕਰੇ ਹੈ। ਰਾਜਾ ਦਸ਼ਰਥ ਦੇ ਪੁੱਤਰ ਇਸ ਤਰ੍ਹਾਂ ਸ਼ੋਭਾ ਦਿੰਦੇ ਸਨ ਕਿ ਕਿਧਰੇ ਕਾਮ ਜੀ ਨੇ ਕਰੋੜਾਂ ਸਰੀਰ ਕਲਿਓਰਾ ਧਾਰਨ ਕੀਤੇ ਹੋਣ। ਕਬਿਤ। ਔਦ ਤੇ ਨਿਸਰ ਚਲੇ ਲੀਨੇ ਸੰਗ ਸੂਰ ਪਲੇ ਰਨ ਤੇ ਨਾ ਟਲੇ ਪਲੇ शोभा हूँ के ताम के।
ਉਹ ਅਯੋਧਿਆ ਤੋਂ ਨਿਕਲ ਤੁਰੇ ਹਨ, ਚੰਗੇ ਚੰਗੇ ਸੂਰਮੇ ਨਾਲ ਲਏ ਹੋਏ ਹਨ, ਯੁੱਧ ਤੋਂ ਕਦੇ ਟਲਣ ਵਾਲੇ ਨਹੀਂ ਹਨ ਅਤੇ ਸ਼ੋਭਾ ਦੇ ਘਰ ਹਨ। ਸੁੰਦਰ ਕੁਮਾਰ ਔਰ ਹਾਰ ਸੋਬਤ ਅਪਾਰ, तीनों लोक मद की ਮੁਹੱਈਆ ਸਭ ਬਾਮ ਕੇ। ਸੁੰਦਰ ਰਾਜਕੁਮਾਰਾਂ ਦੇ ਗਲਾਂ ਵਿੱਚ ਅਪਾਰ ਹਾਰ ਸ਼ੋਭਾ ਪਾ ਰਹੇ ਹਨ। ਤਿੰਨ ਲੋਕਾਂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨੂੰ ਮੋਹਣ ਵਾਲੇ ਹਨ। ਦੁਰਜਨ ਦਲਿਆ तीनों लोक के जितया, तीनों राम जू के पया है ਜਇਆ ਹਰ ਨਾਮ ਕੇ। ਤਿੰਨੇ ਭਰਾ ਵੈਰੀਆਂ ਨੂੰ ਦਲ ਸੁੱਟਣ ਵਾਲੇ ਅਤੇ ਤਿੰਨਾਂ ਲੋਕਾਂ ਨੂੰ ਜਿੱਤਣ ਵਾਲੇ ਹਨ। ਰਾਮ ਜੀ ਦੇ ਭਰਾ ਹਨ ਅਤੇ ਹਰ ਨਾਮ ਨੂੰ ਚਾਹੁਣ ਵਾਲੇ ਹਨ। बुद्ध के उदार हैं सिंगार अवतार, दानशील के पहाड़ के कुमार बने काम के। ਬੁੱਧੀ ਦੇ ਉਦਾਰ ਹਨ, ਸ਼ਿੰਗਾਰ ਰਸ ਦੇ ਅਵਤਾਰ ਹਨ, ਦਾਨ ਤੇ ਸ਼ੀਲ ਦੇ ਪਹਾੜ ਹਨ ਜਾਂ ਕਾਮ ਦੇ ਕੁਮਾਰ ਬਣੇ ਹੋਏ ਹਨ। ਅਸਵ ਵਰਣਨ, ਘੋੜਿਆਂ ਦਾ ਵਰਣਨ। कबित। नागरा के नैन हैं कि चातरा के बैन हैं, बखुला मानो गैन कैसे तैसे तहरत हैं। ਉਹ ਘੋੜੇ ਨਹੀਂ ਮਾਨੋ ਚੰਚਲ ਇਸਤਰੀ ਦੇ ਨੇਤਰ ਹੋਣ ਜਾਂ ਚਤੁਰ ਇਸਤਰੀ ਦੇ ਬੋਲ ਹੋਣ ਜਾਂ ਆਕਾਸ਼ ਦਾ ਵਾਵਰੋਲਾ ਹੋਣ, ਕਿਉਂਕਿ ਉਸੇ ਤਰ੍ਹਾਂ ਥਰਕ ਰਹੇ ਹਨ। नृत्यका के पाँव हैं कि जूप कैसे दाँव हैं, कि छल को दिखाऊं को तैसे बेहरत हैं। मानो नाची दे पैर होण ਜਾਂ ਜੂਏ ਵਰਗੇ ਦਾਉ ਹੋਣ ਜਾਂ ਛਲ ਦਾ ਵਿਖਾਵਾ ਹੋਣ, ਕਿਉਂਕਿ ਉਸੇ ਤਰ੍ਹਾਂ ਵਿਚਰ ਰਹੇ ਹਨ। ਹਾਕੇ ਬਾਜ ਬੀਰ हैं, तुफंग कैसे तीर हैं, कि अंजनी के तीर हैं, कि तुझा से फहरत हैं। ਉਹ ਹਾਕੇ ਵਾਲੇ ਸੂਰਮਿਆਂ ਦੇ ਹੋਕੇ ਹੋਏ ਹਨ ਜਾਂ ਬੰਦੂਕ ਦੀ ਗੋਲੀ ਜਾਂ ਧਨੁਸ਼ ਵਿੱਚੋਂ ਨਿਕਲੇ ਤੀਰ ਹਨ ਜਾਂ ਅੰਜਨੀ ਦੇ ਪੁੱਤਰ ਹਨੂਮਾਨ ਹਨ ਜਾਂ ਤੁਜਾ ਦੇ ਫਹਰਾ ਹਨ। लहरे अनंग की तरंग जैसे गंग की, अनंग कैसे अंग ज्यों ना कहूँ ठहरत हैं। ਕਾਮ ਦੀਆਂ ਲਹਿਰਾਂ ਹਨ ਜਾਂ ਗੰਗਾ ਦੀਆਂ ਤਰੰਗਾਂ ਹਨ ਜਾਂ ਕਾਮ ਦਾ ਸਰੀਰ ਹਨ, ਕਿਉਂਕਿ ਕਿਤੇ ਠਹਿਰਦੇ ਨਹੀਂ ਹਨ। ਨਿਸਾ ਨਿਸਨਾਥ ਜਾਣੇ, ਦਿਨ ਦਿਨ ਪਤ ਮਾਨੇ, ਪਿਚਕਨ ਦਾਤਾ ਕੇ ਪ੍ਰਮਾਣੇ ਮਹਾਦਾਨ ਹੈ। ਉਹਨਾਂ ਰਾਜਕੁਮਾਰਾਂ ਨੂੰ ਰਾਤ ਨੇ ਚੰਦਰਮਾ ਕਰਕੇ, ਦਿਨ ਨੇ ਸੂਰਜ ਕਰਕੇ ਅਤੇ ਮੰਗਤਿਆਂ ਨੇ ਮਹਾਦਾਨੀ ਕਰਕੇ ਮੰਨਿਆ ਹੈ। औखदी के रोगन अनंत रूप जोगन, समीप के वियोगन महेश महामान है। ਰੋਗੀਆਂ ਨੇ ਔਖਦੀ ਕਰਕੇ, ਯੋਗੀਆਂ ਨੇ ਅਨੰਤ ਰੂਪ ਕਰਕੇ, ਵਿਯੋਗਣਾ ਨੇ ਅਤ ਨਿਕਟ ਮਹੇਸ਼ ਕਰਕੇ ਮੰਨਿਆ ਹੈ। सत्रह खग खयाता, सिस रूपन के माता, महाज्ञानी ज्ञान ज्ञाता के विदाता के समान है। ਸ਼ਤਰੂਆਂ ਨੇ ਤਲਵਾਰਾਂ ਦੀ ਧਨੀ ਕਰਕੇ, ਮਾਤਾਵਾਂ ਨੇ ਬਾਲਕ ਕਰਕੇ, ਗਿਆਨੀਆਂ ਨੇ ਗਿਆਨ ਦੇ ਗਿਆਤਾ ਕਰਕੇ ਜਾਂ ਵਿਦਾਤਾ ਦੇ ਸਮਾਨ ਮੰਨਿਆ ਹੈ। ਗਣਨ ਗਣੇਸ਼ ਮਾਨੇ, सुरन सुरेश जाने, जैसे पेखे तैसे ई लखे विराजमान हैं। ਗਣਾਂ ਨੇ ਗਣੇਸ਼ ਕਰਕੇ, ਦੇਵਤਿਆਂ ਨੇ ਇੰਦਰ ਕਰਕੇ ਪਛਾਣਿਆ ਹੈ। ਜਿਸ ਤਰ੍ਹਾਂ ਨਾਲ ਵੇਖੋ ਉਹ ਉਸੇ ਤਰ੍ਹਾਂ ਦੇ ਰੂਪ
ਵਿੱਚ ਬਿਰਾਜਮਾਨ ਦਿਸਦੇ ਹਨ। ਸੁਦਾ ਸੋ ਸੁਧਾਰੇ ਰੂਪ ਸੋਭਤ ਉਜਿਆਰੇ, ਕਿਧੋਂ ਸਾਚੇ ਬੀਚ ਢਾਰੇ ਮਹਾ ਸੋਭਾ ਕੈ ਸੁਧਾਰ ਕੇ। ਉਹਨਾਂ ਦੇ ਰੂਪ ਅੰਮ੍ਰਿਤ ਤੋਂ ਸੁਧਾਰੇ ਗਏ ਹਨ, ਜਾਂ ਉਜਾਲੇ ਵਾਂਗ ਸ਼ੋਭਦੇ ਹਨ, ਜਾਂ ਵੱਡੀ ਭਾਰੀ ਸੁੰਦਰਤਾ ਨੂੰ ਕਿਸੇ ਸੱਚੇ ਵਿੱਚ ਢਾਲ ਕੇ ਸੁਧਾਰਿਆ ਗਿਆ ਹੈ। ਕਿਦੋਂ ਮਹਾ ਮੋਹਨੀ ਕੇ ਮੋਹ ਬੇ ਨਿਮਿਤ ਬੀਰ ਬਿਦਨਾ ਬਨਾਏ ਮਹਾ ਬਿਦ ਸੋ ਵਿਚਾਰ ਕੇ। ਜਾਂ ਮਹਾਮੋਹਨੀ ਨੂੰ ਮੋਹਣ ਵਾਸਤੇ ਵਿਧਾਤਾ ਨੇ ਵੱਡੀ ਜੁਗਤ ਨਾਲ ਵਿਚਾਰ ਕੇ ਸੂਰਮੇ ਬਣਾਏ ਹਨ। ਕਿਦੋਂ ਦੇਵ ਦੈਤਨ ਵਿਵਾਦ ਛਾੜ ਬੜੇ ਚਿਰ ਮਥ ਕੇ ਸਮੁੰਦਰ ਛੀਰ ਲੀਨੇ ਹੈ ਨਿਕਾਰ ਕੇ। ਕਿਤੇ ਦੇਵਤਿਆਂ ਅਤੇ ਦੈਂਤਾਂ ਨੇ ਆਪੋ ਵਿਚਲਾ ਝਗੜਾ ਛੱਡ ਕੇ ਅਤੇ ਛੀਰ ਸਮੁੰਦਰ ਨੂੰ ਬਹੁਤ ਚਿਰ ਤੱਕ ਰੜਕ ਕੇ ਉਸ ਵਿੱਚੋਂ ਕੱਢ ਲਿਆ ਹੈ। ਕਿਦੋਂ ਬਿਸਵਨਾਥ ਜੂ ਬਨਾਏ ਨਿਜ ਪੇਖ ਬੇ ਕਉ ਔਰ ਨਾ ਸਕਤ ਐਸੀ ਸੁਰਤੇ ਸੁਧਾਰ ਕੇ। ਕਿਦੋਂ ਬਿਸਵਨਾਥ ਜੂ ਬਨਾਏ ਨਿਜ ਪੇਖ ਬੇ ਕਉ ਔਰ ਨਾ ਸਕਤ ਐਸੀ ਸੂਰਤੇ ਸੁਧਾਰ ਕੇ। ਜਾਂ ਵਿਸ਼ਵ ਦੇ ਸਵਾਮੀ ਨੇ ਆਪਣੇ ਵੇਖਣ ਲਈ ਇਹ ਬਣਾਏ ਹਨ, ਕਿਉਂਕਿ ਅਜਿਹੀਆਂ ਸੂਰਤਾਂ ਨੂੰ ਬਣਾਉਣ ਦੀ ਸ਼ਕਤੀ ਹੋਰ ਕਿਸੇ ਵਿੱਚ ਨਹੀਂ। ਸੀਮ ਤਜ ਆਪਨੀ ਬਿਰਾਨੇ ਦੇਸ ਲਾਖ ਲਾਖ ਰਾਜਾ ਮਿਥਲੇਸ ਕੇ ਪਹੁੰਚੇ ਦੇਸ ਆਨ ਕੇ। ਆਪਣੇ ਰਾਜ ਦੀ ਹੱਦ ਛੱਡ ਕੇ ਬਿਗਾਨੇ ਦੇਸ਼ਾਂ ਨੂੰ ਲੰਘ ਲੰਘ ਕੇ ਅੰਤ ਨੂੰ ਰਾਜਾ ਜਨਕ ਦੇ ਦੇਸ਼ ਵਿੱਚ ਆ ਕੇ ਪਹੁੰਚ ਗਏ। ਤੋਹਰੀ ਅਨੰਤ ਬਾਜੇ ਦੁੰਦ ਵੀ ਅਪਾਰ ਗਾਜੇ, ਪਾਤ ਪਾਤ ਬਾਜਨ ਬਜਾਏ ਜੋਰ ਜਾਨ ਕੇ। ਅਨੇਕਾਂ ਤੁਰੀਆਂ ਵੱਜਦੀਆਂ ਸਨ, ਅਪਾਰਾਂ ਧੌਂਸੇ ਗੁੰਜਦੇ ਸਨ, ਤਰ੍ਹਾਂ ਤਰ੍ਹਾਂ ਦੇ ਵਾਜੇ ਜਾਣ ਬੁੱਝ ਕੇ ਜ਼ੋਰ ਨਾਲ ਵਜਾਉਂਦੇ ਸਨ। ਆਗੇ ਆਨ ਤੀਨੇ ਨ੍ਰਿਪ ਕੰਠ ਲਾਏ ਲੀਨੇ, ਰੀਤ ਰੂੜ ਸਭੇ ਕੀਨੇ ਬੈਠੇ ਬੇਦ ਕੇ ਵਿਧਾਨ ਕੇ। ਅੱਗੋਂ ਰਾਜਾ ਜਨਕ ਨੇ ਆ ਕੇ ਤਿੰਨਾਂ ਭਰਾਵਾਂ ਨੂੰ ਗਲ ਨਾਲ ਲਾ ਲਿਆ, ਵੇਦਾਂ ਵਿੱਚ ਦਰਸੀਆਂ ਸਾਰੀਆਂ ਪਰੰਪਰਾਗਤ ਰੀਤ ਰਸਮਾਂ ਕਰਕੇ ਬੈਠ ਗਏ। ਬਰਿਖਿਓ ਤਨ ਕੀ ਤਾਰ ਪਾਇਤ ਨਾ ਪਾਰਾਵਾਰ, ਫਿਚਕ ਪਏ ਨਿਰਭਾਰ ਐਸੇ ਪਾਏ ਦਾਨ ਕੇ। ਤਨ ਦਾ ਇਤਨਾ ਮੀਂਹ ਵਸਿਆ ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਜਿਹੇ ਦਾਨ ਨੂੰ ਪ੍ਰਾਪਤ ਕਰਕੇ ਮੰਗਤੇ ਵੀ ਰਾਜੇ ਹੋ ਗਏ। ਬਾਣੇ ਫਹਿਰਾਣੇ ਕਹਿਰਾਣੇ ਧੁੰਦਬ ਅਰਰਾਣੇ, ਜਨਕਪੁਰੀ ਕੋ ਨਿਅਰਾਣੇ ਬੀਰ ਜਾਏ ਕੇ। ਰੰਗਾ ਰੰਗਾ ਦੇ ਝੰਡੇ ਲਹਿਰਾਉਂਦਿਆਂ, ਨਗਾਰਿਆਂ ਦੀ ਗੰਭੀਰ ਆਵਾਜ਼ ਕਰਦਿਆਂ, ਧੌਂਸਿਆਂ ਨੂੰ ਵਜਾਉਂਦਿਆਂ ਵੀਰ ਸੂਰਮੇ ਜਨਕਪੁਰੀ ਦੇ ਨੇੜੇ ਪਹੁੰਚ ਗਏ। ਕਹੂੰ ਚੌਰ ਢਾਰੇ ਕਹੂੰ ਚਾਰਨ ਉਚਾਰੇ, ਕਹੂੰ ਪਾਟ ਜੂ ਪੁਕਾਰੇ ਛੰਦ ਸੁੰਦਰ ਬਣਾਏ ਕੇ। ਕਿਤੇ ਚੌਰ ਚੁਲਾਏ ਜਾ ਰਹੇ ਹਨ, ਕਿਤੇ ਚਾਰਨ ਵਿਰਦਾਵਲੀ ਉਚਾਰ ਰਹੇ ਹਨ, ਕਿਤੇ ਪਟ ਸੁੰਦਰ ਛੰਦ ਬਣਾ ਕੇ ਗਾ ਰਹੇ ਹਨ। ਕਹੂੰ ਬੀਨ ਬਾਜੇ ਕੋਊ ਬਾਂਸੁਰੀ ਮ੍ਰਿਦੰਗ ਸਾਜੇ, ਦੇਖੇ ਕਾਮ ਲਾਜੇ ਰਹੇ ਫਿਚਕ ਅਗਾਏ ਕੇ। ਕਿਤੇ ਬੀਨ ਵੱਜਦੀ ਹੈ, ਕਿਤੇ ਬੰਸਰੀ ਨਾਲ ਮ੍ਰਿਦੰਗ ਸੱਜ ਰਹੀ ਹੈ। ਕਾਮ ਦੇਖ ਕੇ ਸ਼ਰਮਿੰਦਾ ਹੋ ਰਿਹਾ ਹੈ ਅਤੇ ਮੰਗਤੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਰਸ ਗਏ ਹਨ। ਰੰਕ ਤੇ ਸੁ ਰਾਜਾ ਪਏ ਆਸਿਕ ਅਸੇਖ,
दय मांगत ना पए फेर ऐसो दान पाए के। ਮੰਗਤੇ ਕੰਗਾਲ ਤੋਂ ਰਾਜੇ ਹੋ ਗਏ ਹਨ। ਬੇਸ਼ੁਮਾਰ ਅਸੀਸਾਂ ਦਿੰਦੇ ਹਨ। ਅਜਿਹਾ ਦਾਨ ਪ੍ਰਾਪਤ ਕਰਕੇ ਫਿਰ ਉਹ ਕਦੇ ਮੰਗਤੇ ਨਹੀਂ ਹੋ ਸਕਣਗੇ। ਆਨ ਕੇ ਜਨਕ ਲੀਨੋ ਕੰਠ ਸੋ ਲਗਾਏ ਤੀਹੂੰ ਆਦਰ ਦੁਰੰਤ ਕੇ ਅਨੰਤ ਪਾਤ ਲਏ ਹੈ। ਤਿੰਨਾਂ ਨੂੰ ਜਨਕ ਨੇ ਆ ਕੇ ਗਲ ਨਾਲ ਲਾ ਲਿਆ। ਬੜਾ ਆਦਰ ਕਰਕੇ ਅਨੇਕ ਤਰ੍ਹਾਂ ਨਾਲ ਸਵਾਗਤ ਕੀਤਾ। ਬੇਦ ਕੇ ਵਿਧਾਨ ਕਹਿ ਕੇ ਬਿਆਸ ਤੇ ਬਦਾਈ ਬੇਦ ਏਕ ਏਕ ਬਿਪਰ ਕਉ ਬਿਸੇਕ ਸਵਰਨ ਦਏ ਹੈ। ਵੇਦ ਦੀ ਵਿਧੀ ਨਾਲ ਬਿਆਸ ਤੋਂ ਬੇਦੀ ਬਣਵਾਈ ਅਤੇ ਇੱਕ ਇੱਕ ਬ੍ਰਾਹਮਣ ਨੂੰ ਬਹੁਤ ਬਹੁਤ ਮੋਹਰਾਂ ਦਿੱਤੀਆਂ। ਰਾਜਕੁਮਾਰ ਸਭੇ ਪਹਿਰਾਏ सिरपायन ते मोतीमान करके बरख मेघ गए हैं। राजकुमार सभे पहराए सिरपायन ते मोतीमान करके बरख मेघ गए हैं। ਰਾਜਕੁਮਾਰਾਂ ਨੂੰ ਸਿਰ ਤੋਂ ਪੈਰਾਂ ਤੱਕ ਸਾਰੇ ਵਸਤਰ ਪਹਿਨਾਏ ਅਤੇ ਉਸ ਵੇਲੇ ਮੋਤੀਆਂ ਤੇ ਮਣਕਾਂ ਦਾ ਮੀਂਹ ਵਸ ਪਿਆ। दंती श्वेत दीने केते सिंधली तुरे नवीने राजा के कुमार तीनों ब्याह कै पठे हैं। किन्ने ही चिट्टे हाथी दान दिते अते ਸਿੰਧ ਦੇਸ਼ ਦੇ ਕਿੰਨੇ ਹੀ ਨਵੇਂ ਘੋੜੇ ਦਾਨ ਦਿੱਤੇ। ਇਸ ਤਰ੍ਹਾਂ ਨਾਲ ਤਿੰਨਾਂ ਰਾਜਕੁਮਾਰਾਂ ਨੂੰ ਵਿਆਹ ਕੇ ਭੇਜਿਆ ਗਿਆ। ਦੋਦਕ ਛੰਦ। ਵਿਆਹ ਸੁਤਾ ਨਿਰਪ ਕੀ ਨਿਰਪ ਬਾਲਨ। ਰਾਜਕੁਮਾਰਾਂ ਨੇ ਰਾਜਕੁਮਾਰੀਆਂ ਨੂੰ ਵਿਆਹ ਕੇ। ਮਾਂਗ ਬਿਦਾ ਮੁਖ ਲੀਨ ਉਤਾਲਨ। ਉਹ ਨਾਲ ਛੇਤੀ ਹੀ ਵਿਦਾਇਗੀ ਮੰਗ ਲਈ। ਮੂੰਹ ਨਾਲ ਛੇਤੀ ਹੀ ਵਿਦਾਇਗੀ ਮੰਗ ਲਈ। ਸਾਜਨ ਬਾਜ ਚਲੇ ਗਜ ਸੰਜੁਤ। ਹਾਥੀਆਂ ਸਮੇਤ ਘੋੜਿਆਂ ਨੂੰ ਸਜਾ ਕੇ। ਏਸਨ ਏਸ ਨਰੇਸਨ ਕੇ ਜੁੱਤ। ਮਹਾਰਾਜਿਆਂ ਤੇ ਰਾਜਿਆਂ ਸਣੇ ਤੁਰ ਪਏ। ਦਾਜ ਸਮਾਰ ਸਕੇ ਕਰ ਕਉਨੇ। ਰਾਜੇ ਜਨਕ ਨੇ ਜੋ ਦਾਜ ਦਿੱਤਾ ਉਸ ਦੀ ਗਿਣਤੀ ਸੁਮਾਰ ਕੌਣ ਕਰ ਸਕਦਾ ਹੈ। ਬੀਨ ਸਕੇ ਬਿਦਨਾ ਨਹੀਂ ਤਉਨੇ। ਉਸ ਨੂੰ ਬ੍ਰਹਮਾ ਵੀ ਚੁਣ ਕੇ ਇਕੱਤਰ ਨਹੀਂ ਕਰ ਸਕਦਾ। ਬੇਸਨ ਬੇਸਨ ਬਾਜ ਮਹਾਮਤ। ਰੰਗਾ ਰੰਗ ਦੇ ਵੱਡੇ ਮਸਤ ਘੋੜੇ ਸਨ। ਰੰਗਾ ਰੰਗ ਦੇ ਵੱਡੇ ਮਸਤ ਘੋੜੇ ਸਨ। ਪੇਸਨ ਪੇਸ ਚਲੇ ਗਜ ਗੱਜਤ। ਤਰ੍ਹਾਂ ਤਰ੍ਹਾਂ ਦੇ ਹਾਥੀ ਚਿੰਗਾੜਦੇ ਹੋਏ ਚੱਲ ਰਹੇ ਸਨ। ਬਾਜਤ ਨਾਦ ਨਫੀਰਨ ਕੇਗਨ। ਸੰਖ ਤੇ ਨਫੀਰੀਆਂ ਦੇ ਸਮੂਹ ਵੱਜਦੇ ਸਨ। ਗਾਜਤ ਸੂਰ ਪ੍ਰਮਾਥ ਮਹਾਮਨ। ਮਹਾਨ ਕਠੋਰ ਸੂਰਮੇ ਗੱਜਦੇ ਸਨ। ਔਦਪੁਰੀ ਨਿਯਰਾਨ ਰਹੀ ਜਬ। ਜਦੋਂ ਬਰਾਤ ਅਯੋਧਿਆ ਦੇ ਨੇੜੇ ਆ ਗਈ ਤਾਂ ਪ੍ਰਾਪਤ ਪਏ ਰਘੁਨੰਦ ਤਹੀਂ ਤਬ। ਰਾਮ ਚੰਦਰ ਉਹਨਾਂ ਦੇ ਸਵਾਗਤ ਲਈ ਪਹੁੰਚ ਗਏ। ਮਾਤਨ ਵਾਰ ਪੀਓ ਜਲ ਪਾਨਨ। ਮਾਤਾਵਾਂ ਨੇ ਆਪਣੇ ਹੱਥਾਂ ਨਾਲ ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ। ਦੇਖ ਨਰੇਸ ਰਹੇ ਛਬ ਮਾਨਨ। ਰਾਜਾ ਵੇਖ ਕੇ ਅਤੀ ਪ੍ਰਸੰਨ ਹੋ ਗਏ। ਪੂਪ ਬਿਲੋਕਤ ਲਾਏ ਲਏ ਔਰ ਰਾਜੇ ਦਸ਼ਰਥ ਨੇ ਵੇਖ ਕੇ ਉਹਨਾਂ ਨੂੰ ਗਲ ਨਾਲ ਲਾ ਲਿਆ। ਨਾਚਤ ਗਾਵਤ ਗੀਤ ਪਏ ਪੁਰ। ਅਤੇ ਪੁਰ ਵਾਸੀ ਨੱਚਣ ਅਤੇ ਗੀਤ ਗਾਉਣ ਲੱਗੇ। ਪੂਪਜ ਵਿਆਹ ਜਬੇ ਗ੍ਰਹਿ ਆਏ। ਰਾਜਕੁਮਾਰ ਵਿਆਹ ਕੇ ਜਦੋਂ ਘਰ ਆਏ। ਬਾਜਤ ਪਾਤ ਅਨੇਕ ਬਧਾਏ। ਤਾਂ ਅਨੇਕ ਤਰ੍ਹਾਂ ਦੇ ਸਾਧਿਆਣੇ ਵੱਜਣ ਲੱਗੇ। ਤਾਤ ਬਸੀਸਟ ਸੁਮਿਤਰ ਬੁਲਾਏ।
ਪਿਤਾ ਨੇ ਵਸ਼ਿਸ਼ਟ ਅਤੇ ਵਿਸ਼ਵਾਮਿੱਤਰ ਨੂੰ ਬੁਲਾਇਆ। ਔਰ ਅਨੇਕ ਤਹਾਂ ਰਿਖ ਆਏ ਅਤੇ ਹੋਰ ਵੀ ਅਨੇਕਾਂ ਰਿਸ਼ੀ ਉੱਥੇ ਆ ਗਏ। ਕੋਰ ਉਠੀ ਕਹਿਰਾਏ ਘਟਾ ਤਬ, ਤਦੋਂ ਭਿਆਨਕ ਘਟਾ ਚੜ੍ਹ ਕੇ ਗਰਜਣ ਲੱਗੀ। ਚਾਰੋਂ ਦਿਸ ਦਿਗ ਦਾਹ ਲਖੀਓ ਸਭ, ਅਤੇ ਚੌਹਾਂ ਪਾਸੇ ਭਿਆਨਕ ਅੱਗ ਲੱਗੀ ਹੋਈ ਸਭ ਨੇ ਵੇਖੀ। ਮੰਤਰੀ ਮਿੱਤਰ ਸਭੇ ਅਕੁਲਾਨੇ, ਸਾਰੇ ਮੰਤਰੀ ਅਤੇ ਮਿੱਤਰ ਵੇਖ ਕੇ ਘਬਰਾ ਗਏ। ਭੂਪਤ ਸੋ ਇਹ ਭਾਤ ਬਖਾਨੇ, ਭੂਪਤ ਸੋ ਇਹ ਬਾਤ ਬਖਾਨੇ, ਅਤੇ ਰਾਜਾ ਦਸ਼ਰਥ ਨੂੰ ਇਸ ਤਰ੍ਹਾਂ ਕਹਿਣ ਲੱਗੇ, ਹੋਤ ਉਤਪਾਤ ਬੜੇ ਸੁਣ ਰਾਜਨ। ਹੇ ਰਾਜਨ ਸੁਣੋ, ਵੱਡੇ ਵੱਡੇ ਉਪਦਰਵ ਹੋ ਰਹੇ ਹਨ। ਮੰਤਰ ਕਰੋ ਰਿਖ ਜੋਰ ਸਮਾਜਨ, ਰਿਸ਼ੀ ਸਮਾਜ ਨੂੰ ਇਕੱਠਾ ਕਰਕੇ ਇਸ ਗੱਲ ਦਾ ਵਿਚਾਰ ਕਰੋ। ਬੋਲਹੁ ਬਿਪ ਬਿਲੰਬ ਨ ਕੀਜੇ, ਦੇਰ ਨਾ ਕਰੋ ਅਤੇ ਬ੍ਰਾਹਮਣਾਂ ਨੂੰ ਸੱਦ ਲਵੋ। ਹੈ ਕ੍ਰਿਤ ਜਗ ਆਰੰਭਨ ਕੀਜੇ, ਅਸ਼ਵਮੇਧ ਯੱਗ ਸ਼ੁਰੂ ਕਰ ਦਿਓ। ਆਇਸ ਰਾਜ ਦਿਓ ਤਤਕਾਲਹ, ਰਾਜੇ ਨੇ ਤੁਰੰਤ ਹੁਕਮ ਦਿੱਤਾ। ਮੰਤਰ ਸੁ ਮਿੱਤਰਹ ਬੁੱਧ ਵਿਸਾਲਹ, ਵਿਸ਼ਾਲ ਬੁੱਧੀ ਵਾਲੇ ਮੰਤਰੀਆਂ ਅਤੇ ਮਿੱਤਰਾਂ ਨੇ ਕਿਹਾ, ਹੈ ਕ੍ਰਿਤ ਜਗ ਆਰੰਭਨ ਕੀਜੇ, ਅਸ਼ਵਮੇਧ ਯੱਗ ਛੇਤੀ ਆਰੰਭ ਕੀਤਾ ਜਾਏ। ਆਇਸ ਬੇਗ ਨਰੇਸ ਕਰੀਜੇ, ਇਸ ਲਈ ਹੇ ਰਾਜਨ ਜਲਦੀ ਆਗਿਆ ਕੀਤਾ ਜਾਏ। ਬੋਲ ਵੱਡੇ ਰਿਖ ਲੀਨ ਮਹਾਦਿਜ, ਵੱਡੇ ਰਿਸ਼ੀ ਤੇ ਮਹਾਪੰਡਿਤ ਸੱਦ ਲਏ। ਹੈ ਤਿਨ ਬੋਲ ਲਿਓ ਜੁਤ ਰਿਤਜ, ਉਹਨਾਂ ਨੇ ਘੋੜੇ ਸਮੇਤ ਰਿਤਜ ਯੱਗ ਕਰਾਉਣ ਵਾਲੇ ਪੰਡਿਤ ਬੁਲਾ ਲਏ। ਪਾਵਕ ਕੁੰਡ ਖੁਦਿਓ ਤਹਿ ਅਵਸਰ, ਅਗਨ ਕੁੰਡ ਉਸੇ ਵੇਲੇ ਪੁੱਟਿਆ ਗਿਆ। ਗਾੜੀਏ ਖੰਭ ਤਹਾਂ ਧਰਮਨ ਤਰ, ਉੱਥੇ ਹੀ ਧਰਤੀ ਵਿੱਚ ਧਰਮ ਖੰਭਾ ਗੱਡ ਦਿੱਤਾ ਗਿਆ। ਛੋਰ ਲਿਓ ਹਯਸਾਰਹ ਤੇ ਹਯ, ਘੋੜਸ਼ਾਲਾ ਹਯਸਾਰ ਤੋਂ ਘੋੜਾ ਖੋਲ ਲਿਆ। ਅਸਿਤ ਕਰਨ ਪ੍ਰਭਾਸਤ ਕੇ ਕਈ, ਜਿਸ ਦੇ ਕਾਲੇ ਕੰਨ ਸਨ ਅਤੇ ਸਰੀਰ ਦੀ ਆਭਾ ਨੀਲੀ ਸੀ। ਦੇਸਨ ਦੇਸ ਨਰੇਸ ਦੇ ਸੰਗ, ਦੇਸ਼ਾਂ ਦੇਸ਼ਾਂ ਦੇ ਰਾਜੇ ਉਸ ਦੇ ਨਾਲ ਕਰ ਦਿੱਤੇ। ਸੁੰਦਰ ਸੂਰ ਸੁਰੰਗ ਸੁਭੇ ਅੰਗ, ਜਿਹੜੇ ਸੁੰਦਰ ਸੂਰਮੇ ਸਨ ਅਤੇ ਸੁੰਦਰ ਅੰਗਾਂ ਨਾਲ ਸ਼ੋਭਦੇ ਸਨ। ਸਮਾਨ ਕਾ ਛੰਦ। ਨਰੇਸ ਸੰਗ ਕਹਿ ਦਏ, ਰਾਜੇ ਘੋੜੇ ਦੇ ਨਾਲ ਕਰ ਦਿੱਤੇ। ਪ੍ਰਬੀਨ ਬੀਨ ਕਹਿ ਲਏ, ਉਹਨਾਂ ਨੇ ਚੁਣ ਚੁਣ ਕੇ ਸੂਰਮੇ ਨਾਲ ਲੈ ਲਏ। ਸਨਤਬੱਧ ਹੋਏ ਚਲੇ, ਜੋ ਸ਼ਸਤਰ ਨਾਲ ਸੁਸੱਜਿਤ ਸਨ। ਸੋ ਬੀਰ ਬੀਰ ਹਾਂ ਭਲੇ, ਅਤੇ ਸੂਰਵੀਰਾਂ ਨੂੰ ਮਾਰਨ ਵਾਲੇ ਸਨ। ਵਿਦੇਸ ਦੇਸ ਗਾਹ ਕੇ, ਦੇਸ਼ਾਂ ਪ੍ਰਦੇਸ਼ਾਂ ਨੂੰ ਗਾਹ ਕੇ ਨਾ ਸਾੜਿਆਂ ਜਾ ਸਕਣ ਵਾਲੀਆਂ। ਅਦਾਹ ਠੌਰ ਦਾਹ ਕੇ, ਜਗ੍ਹਾ ਨੂੰ ਸਾੜ ਕੇ ਰਾਜੇ ਦੇ ਘੋੜੇ ਨੂੰ। ਫਿਰਾਏ ਬਾਜ ਰਾਜ ਕਉ, ਸਾਰੀ ਧਰਤੀ ਉੱਤੇ ਫਿਰਾ ਕੇ। ਸੁਧਾਰ ਰਾਜ ਕਾਜ ਕਉ, ਰਾਜੇ ਦੇ ਕੰਮ ਨੂੰ ਸੁਧਾਰ ਕੇ ਵਾਪਸ ਆ ਗਏ। ਨਰੇਸ ਪਾਏ ਲਾਗੀਅਨ,
ਰਾਜਾ ਦਸ਼ਰਥ ਦੇ ਸਾਰੇ ਚਰਨੀ ਆ ਲੱਗੇ। ਤੁਰੰਤ ਦੋਖ ਭਾਗੀਨ, ਉਹਨਾਂ ਦੇ ਵੱਡੇ ਵੱਡੇ ਦੋਖ ਵੀ ਮਿਟ ਗਏ। ਸੁਪੂਰ ਜਗ ਕੋ ਕਰਿਓ, ਯੱਗ ਨੂੰ ਪੂਰਾ ਕਰ ਦਿੱਤਾ। ਨਰੇਸ ਤਰਾਸ ਕਉ ਹਰਿਓ, ਅਤੇ ਰਾਜਾ ਦਸ਼ਰਥ ਦੇ ਡਰ ਨੂੰ ਮਿਟਾ ਦਿੱਤਾ। ਅਨੰਤ ਦਾਨ ਪਾਏ ਕੇ, ਅਨੇਕ ਤਰ੍ਹਾਂ ਦਾ ਦਾਨ ਪ੍ਰਾਪਤ ਕਰਕੇ, ਚਲੇ ਤਿਜਨ ਅਘਾਈ ਕੇ, ਬ੍ਰਾਹਮਣ ਤ੍ਰਿਪਤ ਹੋ ਕੇ ਘਰਾਂ ਨੂੰ ਚਲੇ ਗਏ। ਤੁਰੰਤ ਆਸਿਖੈ ਰਣੈ, ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੇ ਸਨ। ਰਚਾ ਸੁਬੇਦ ਕੀ ਪੜ੍ਹੇ, ਅਤੇ ਵੇਦ ਦੀਆਂ ਰਚਾਵਾਂ ਨੂੰ ਪੜ੍ਹਦੇ ਸਨ। ਨਰੇਸ ਦੇਸ ਦੇਸ ਕੇ, ਦੇਸ਼ਾਂ ਦੇਸ਼ਾਂ ਦੇ ਰਾਜੇ, ਸੁਭੰਤ ਬੇਸ ਬੇਸ ਕੇ, ਸੁੰਦਰ ਬਸਤਰਾਂ ਵਿੱਚ ਸ਼ੋਭਦੇ ਸਨ। ਬਿਸੇਕ ਸੂਰ ਸੋਭਹੀਂ, ਵਿਸ਼ੇਸ਼ ਸੋਭਾ ਵਾਲੇ ਸੂਰਮਿਆਂ ਨੂੰ ਵੇਖ ਕੇ, ਸੁਸ਼ੀਲ ਨਾਰ ਲੋਭਹੀਂ, ਸੁਸ਼ੀਲ ਇਸਤਰੀਆਂ ਲੋਭਾਇਮਾਨ ਹੋ ਰਹੀਆਂ ਸਨ। ਬਜੰਤਰ ਕੋਟ ਬਾਜਹੀਂ, ਕਰੋੜਾਂ ਵਾਜੇ ਵੱਜਦੇ ਸਨ। ਸਨਾਏ ਭੇਰ ਸਾਜਹੀਂ, ਸ਼ਹਿਨਾਈਆਂ ਤੇ ਭੇਰੀਆਂ ਸਜ ਰਹੀਆਂ ਸਨ। ਬਨਾਏ ਦੇਵਤਾ ਧਰੇ, ਦੇਵਤੇ ਬਣਾ ਕੇ ਸਥਾਪਿਤ ਕੀਤੇ ਜਾ ਰਹੇ ਸਨ। ਸਮਾਨ ਜਾਏ ਪਾ ਪਰੇ, ਉਹਨਾਂ ਦੇ ਰਜਾ ਕੇ ਆਦਰ ਪੂਰਵਕ ਪੈਰੀ ਲੱਗੀਆਂ ਜਾ ਰਹੀਆਂ ਸੀ। ਕਰੇ ਡੰਡੋਤ ਪਾ ਪਰੇ, ਡੰਡੋਤ ਕਰਕੇ ਪੈਰੀ ਪੈਂਦੇ ਸਨ। ਬਿਸੇਕ ਪਾਵਨਾ ਤਰੇ, ਖਾਸ ਸ਼ਰਧਾ ਰੱਖਦੇ ਸਨ। ਸੋ ਮੰਤਰ ਜੰਤਰ ਜਾਪੀਏ, ਮੰਤਰ ਯੰਤਰ ਜਪਦੇ ਸਨ। ਦੁਰੰਤ ਥਾਪ ਥਾਪੀਏ, ਅਤੇ ਵੱਡੀਆਂ ਵੱਡੀਆਂ ਸਥਾਪਨਾਵਾਂ ਕਾਇਮ ਕਰਦੇ ਸਨ। ਨਚਾਤ ਚਾਰ ਮੰਗਨਾ, ਸੁੰਦਰ ਇਸਤਰੀਆਂ ਨਾਚ ਕਰਦੀਆਂ ਸਨ। ਸੁਜਾਨ ਦੇਵ ਅੰਗਨਾ, ਮਾਨੋ ਅਪਸਰਾਵਾਂ ਹੋਣ। ਕਮੀ ਨਾ ਕਉਨ ਕਾਜ ਕੀ, ਕਿਸੇ ਗੱਲ ਦੀ ਘਾਟ ਨਹੀਂ ਸੀ। ਪ੍ਰਭਾਵ ਰਾਮ ਰਾਜ ਕੀ, ਸਭ ਰਾਮ ਰਾਜ ਦਾ ਪ੍ਰਭਾਵ ਸੀ। ਸਾਰਸਵਤੀ ਛੰਦ। ਸਾਰਸਵਤੀ ਛੰਦ। ਦੇਸ ਦੇਸਨ ਕੀ ਕ੍ਰਿਆ, ਸਿਖਵੰਤ ਹੈ ਦਿਜ ਏਕ। ਇੱਕ ਪਾਸੇ ਪੰਡਿਤ ਦੇਸ਼ਾਂ ਦੇਸ਼ਾਂ ਦੀ ਕ੍ਰਿਆ ਸਿਖਾਉਂਦੇ ਹਨ। ਬਾਨ ਔਰ ਕਮਾਨ ਕੀ, ਬਿਦ ਦੇਤ ਆਨ ਅਨੇਕ, ਅਤੇ ਅਨੇਕਾਂ ਨੂੰ ਆ ਕੇ ਤੀਰ ਤੇ ਕਮਾਨ ਦੀ ਜੁਗਤ ਦੱਸਦੇ ਹਨ। ਪਾਤ ਪਾਤਨ ਸੋ, ਪੜਾਵਤ ਬਾਰ ਨਾਰ ਸਿੰਗਾਰ, ਤਰ੍ਹਾਂ ਤਰ੍ਹਾਂ ਨਾਲ ਬਾਲਕਾਵਾਂ ਅਤੇ ਇਸਤਰੀਆਂ ਨੂੰ ਸ਼ਿੰਗਾਰ ਕਰਨ ਦੀ ਵਿਧੀ ਪੜ੍ਹਾਈ ਜਾ ਰਹੀ ਹੈ। ਕੋਕ ਕਾਬੇ ਪੜ੍ਹੇ, ਕਹੂੰ ਵਿਆਕਰਨ ਭੇਦ ਵਿਚਾਰ। ਕਿਤੇ ਕੋਈ ਕੋਕ ਤੇ ਕਾਵ ਪੜ੍ਹਦਾ ਹੈ ਅਤੇ ਕਿਤੇ ਕੋਈ ਵਿਆਕਰਨ ਤੇ ਵੇਦਾਂ ਦਾ ਵਿਚਾਰ ਕਰ ਰਿਹਾ ਹੈ। ਰਾਮ ਪਰਮ ਪਵਿੱਤਰ ਹੈ, ਰਘੁਬੰਸ ਕੇ ਅਵਤਾਰ। ਰਾਮ ਰਘੁਬੰਸ ਦੇ ਪਰਮ ਪਵਿੱਤਰ ਅਵਤਾਰ ਹਨ। ਦੁਸ਼ਟ ਦੈਤਨ ਕੇ ਸੰਘਾਰਕ, ਸੰਤ ਪ੍ਰਾਨ ਆਧਾਰ। ਦੁਸ਼ਟ ਦੈਂਤਾਂ ਨੂੰ ਨਸ਼ਟ ਕਰਨ ਵਾਲੇ ਅਤੇ ਸੰਤਾਂ ਦੇ ਪ੍ਰਾਣਾਂ ਦਾ ਆਧਾਰ ਹਨ। ਦੇਸ ਦੇਸ ਨਰੇਸ ਜੀਤ, ਅਸੇਸ ਕੀਨ ਗੁਲਾਮ। ਦੇਸ਼ਾਂ ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਕੇ ਸਭ ਨੂੰ ਗੁਲਾਮ ਕਰ ਲਿਆ ਹੈ। ਜਤਰ ਤਤਰ ਤੁਜਾ ਬਧੀ, ਜੈ ਪੱਤਰ ਕੀ ਸਭ ਤਾਂਜ। ਜਤਰ ਤਤਰ ਤੁਜਾ ਬਧੀ, ਜੈ ਪੱਤਰ ਕੀ ਸਭ ਤਾਮ। ਜਿੱਥੇ ਕਿੱਥੇ ਸਾਰੇ ਘਰਾਂ ਉੱਤੇ ਜਿੱਤ ਦੀ ਨਿਸ਼ਾਨੀ ਵਜੋਂ ਝੰਡੀਆਂ ਬੰਨ੍ਹੀਆਂ ਹੋਈਆਂ ਸਨ। ਬਾਟ ਤੀਨ ਦਿਸਾ ਤਿਹੂੰ, ਸੁਤ ਰਾਜਧਾਨੀ ਰਾਮ। ਰਾਜੇ ਦਸ਼ਰਥ ਨੇ ਤਿੰਨਾਂ ਪੁੱਤਰਾਂ ਨੂੰ
ਤਿੰਨੇ ਦਿਸ਼ਾਵਾਂ ਵੰਡ ਦਿੱਤੀਆਂ ਅਤੇ ਰਾਜਧਾਨੀ ਰਾਮ ਨੂੰ ਦੇਣ ਲਈ। ਬੋਲ ਰਾਜ ਵਿਸ਼ਿਸ਼ਟ ਕੀਨ ਵਿਚਾਰ ਕੇ ਤਕ ਜਾਮ। ਰਾਜੇ ਨੇ ਵਸ਼ਿਸ਼ਟ ਮੁਨੀ ਨੂੰ ਬੁਲਾ ਕੇ ਕਿੰਨੇ ਚਿਰ ਤੱਕ ਵਿਚਾਰ ਕੀਤਾ। ਰਾਜ ਰਾਘਵ ਰਾਜ ਕੇ ਕਟਪੂਰ ਰਾਖਸ ਏਕ। ਰਾਮ ਦੇ ਰਾਜ ਤਿਲਕ ਦੇ ਸਮਾਨ ਨੂੰ ਇੱਕ ਘੜੇ ਵਿੱਚ ਭਰ ਕੇ ਰੱਖ ਦਿੱਤਾ। ਰਾਮ ਦੇ ਰਾਜ ਤਿਲਕ ਦੇ ਸਮਾਨ ਨੂੰ ਇੱਕ ਘੜੇ ਵਿੱਚ ਭਰ ਕੇ ਰੱਖ ਦਿੱਤਾ। ਆਂਬਰ ਮੌਲਨ ਦੀਸ ਉਦੰਕਨ ਔਰ ਪੁਹਪ ਅਨੇਕ। ਜਿਸ ਵਿੱਚ ਅੰਬ ਦਾ ਬੂਰ ਤੇ ਨਦੀਆਂ ਦਾ ਜਲ ਅਤੇ ਹੋਰ ਅਨੇਕਾਂ ਫੁੱਲ ਆਦਿਕ ਸਨ। ਥਾਰ ਚਾਰ ਅਪਾਰ ਕੁੰਕਮ ਚੰਦਨਾਦ ਅਨੰਤ। ਚਾਰ ਥਾਲਾਂ ਵਿੱਚ ਬਹੁਤ ਸਾਰਾ ਚੰਦਨ ਅਤੇ ਕੇਸਰ ਭਰ ਕੇ। ਰਾਜ ਸਾਜ ਤਰੇ ਸਭੇ ਤਹਿ ਆਨ ਆਨ ਦੁਰੰਤ। ਰਾਜ ਤਿਲਕ ਦੀ ਸਾਮਗਰੀ ਨਾਲ ਲੁਕਾ ਕੇ ਰੱਖ ਦਿੱਤਾ। ਮੰਥਰਾ ਇੱਕ ਗਾਧਰਬੀ ਬ੍ਰਹਮਾ ਪਠੀ ਤਹਿ ਕਾਲ। ਉਸ ਵੇਲੇ ਬ੍ਰਹਮਾ ਨੇ ਮੰਥਰਾ ਨਾਮ ਦੀ ਇੱਕ ਗੰਧਰਬਨੀ ਭੇਜ ਦਿੱਤੀ। ਬਾਜ ਸਾਜ ਸਣੇ ਚੜੀ ਸਭ ਸੁਬਰ ਤੌਲ ਉਤਾਲ। ਬਾਜ ਸਾਜ ਸਣੇ ਚੜੀ ਸਭ ਸੁਬਰ ਤੌਲ ਉਤਾਲ। ਖੁਸ਼ੀਆਂ ਦੇ ਸਾਰੇ ਸਾਮਾਨ ਸਮੇਤ ਵਾਜਿਆਂ ਨੂੰ ਵੱਜਦਿਆਂ ਵੇਖ ਕੇ ਮੰਥਰਾ ਛੇਤੀ ਨਾਲ ਸੁੰਦਰ ਮਹਿਲ ਉੱਪਰ ਚੜ੍ਹ ਗਈ। ਬੇਣ ਪੀੜ ਮ੍ਰਿਦੰਗ ਬਾਦ ਸੁਣੇ ਰਹੀ ਚੱਕਬਾਲ। ਬੰਸਰੀ ਬੀਣਾ ਤੇ ਮ੍ਰਿਦੰਗ ਆਦਿਕ ਵਾਜੇ ਵੱਜਦੇ ਸੁਣ ਕੇ ਉਹ ਇਸਤਰੀ ਹੈਰਾਨ ਰਹਿ ਗਈ। ਰਾਮ ਰਾਜ ਉਠੀ ਜਯਤ ਤੁਨ ਭੂਮ ਪੂਰ ਬਿਸਾਲ। ਇੰਨੇ ਨੂੰ ਧਰਤੀ ਉੱਤੇ ਬਹੁਤ ਜ਼ੋਰ ਨਾਲ ਰਾਮ ਰਾਜ ਦੀ ਜੈ ਦੀ ਧੁਨ ਉੱਠੀ। ਜਾਤ ਹੀ ਸੰਗ ਕੇ ਕਈ ਇਹ ਪਾਤ ਬੋਲ ਬਾਤ। ਜਿਸ ਨੂੰ ਸੁਣ ਕੇ ਉਹ ਹੇਠਾਂ ਉਤਰੀ ਅਤੇ ਅੰਦਰ ਜਾਂਦਿਆਂ ਹੀ ਕੈਕਈ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਲੱਗੀ। ਹਾਥ ਬਾਤ ਛੁਟੀ ਚਲੀ ਬਰ ਮਾਂਗ ਹੈ ਕਹਿ ਰਾਤ। ਹੁਣ ਗੱਲ ਹੱਥੋਂ ਨਿਕਲ ਚੱਲੀ ਹੈ, ਤੂੰ ਸੁਆਮੀ ਪਾਸੋਂ ਉਹ ਵਰ ਕਿਹੜੀ ਰਾਤ ਨੂੰ ਮੰਗੇਗੀ। ਕੇਕਈ ਇਮ ਜਉ ਸੁਣੀ ਪਈ ਦੁਖਤਾ ਸਰਬੰਗ। ਕੈਕਈ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਸਾਰੇ ਅੰਗਾਂ ਸਮੇਤ ਦੁਖੀ ਹੋ ਗਈ। ਝੂਮ ਪੂਮ ਗਿਰੀ ਮ੍ਰਿਗੀ ਜਿਮ ਲਾਗ ਬਣ ਸੁਰੰਗ। ਗਸ਼ ਖਾ ਕੇ ਧਰਤੀ ਤੇ ਇਸ ਤਰ੍ਹਾਂ ਡਿੱਗ ਪਈ ਜਿਵੇਂ ਸੁੰਦਰ ਹਿਰਨੀ ਤੀਰ ਲੱਗਣ ਨਾਲ ਡਿੱਗਦੀ ਹੈ। ਜਾਤ ਹੀ ਅਵਤੇਸ ਕਉ ਇਹ ਪਾਤ ਬੋਲ ਬੋਲੀ ਬੈਨ। ਜਾਤ ਹੀ ਅਵਤੇਸ ਕਉ ਇਹ ਪਾਤ ਬੋਲੀ ਬੈਨ। ਜਦੋਂ ਸੁਰਤ ਪਰਤੀ ਤਾਂ ਜਾਂਦਿਆਂ ਹੀ ਰਾਜੇ ਦਸ਼ਰਥ ਨੂੰ ਇਸ ਤਰ੍ਹਾਂ ਬੋਲਣ ਲੱਗੀ, ਹੇ ਰਾਜਨ, ਦੀਜੀਏ ਬਰ ਭੂਪ ਮੋਹ ਕਉ ਜੋ ਕਹੇ ਦੋਇ ਦੈਨ। ਮੈਨੂੰ ਵਰ ਦਿਓ ਜੋ ਤੁਸੀਂ ਮੈਨੂੰ ਦੇਣ ਲਈ ਦੋ ਵਰ ਕਹੇ ਹੋਏ ਹਨ। ਰਾਮ ਕੋ ਬਨ ਦੀਜੀਏ ਮਮ ਪੂਤ ਕਉ ਨਿਜ ਰਾਜ। ਰਾਮ ਨੂੰ ਬਨਵਾਸ ਦਿਓ ਅਤੇ ਮੇਰੇ ਪੁੱਤਰ ਭਰਤ ਨੂੰ ਆਪਣਾ ਰਾਜ ਦਿਓ। ਰਾਜ ਸਾਜ ਸੁ ਸੰਪਦਾ ਦੋ ਚੌਰ ਛਤਰ ਸਮਾਜ। ਰਾਜ ਦਾ ਸਾਮਾਨ ਸੰਪਤੀ ਦੇਵੋ ਚੌਰ ਤੇ ਛਤਰ। ਰਾਜ ਦਾ ਸਾਮਾਨ ਸੰਪਤੀ ਦੇਵੋ ਚੌਰ ਤੇ ਛਤਰ। ਦੇਸ ਔਰ ਵਿਦੇਸ਼ ਕੀ ਠਕੁਰਾਈ ਦੇ ਸਭ ਮੋਹ। ਅਤੇ ਦੇਸ਼ ਵਿਦੇਸ਼ ਦੀ ਹਕੂਮਤ ਇਹ ਸਭ ਮੇਰੇ ਪੁੱਤਰ ਨੂੰ ਦਿਓ।
ਸਤਿਸੀਲ ਸਤੀ ਜਤ ਬ੍ਰਤ ਤਉ ਪਛਾਨੋ ਤੋਹੇ। ਤਦ ਮੈਂ ਤੁਹਾਨੂੰ ਸਤ, ਸ਼ੀਲ, ਜਤ ਤੇ ਬ੍ਰਤ ਨੂੰ ਪਾਲਣ ਵਾਲਾ ਪਛਾਣਾਂਗੀ। ਪਾਪਨੀ ਬਨ ਰਾਮ ਕੋ ਪੈ ਹੈ ਕਹਾਂ ਜਸ ਕਾਢ। ਰਾਜੇ ਨੇ ਕਿਹਾ, ਹੇ ਪਾਪਣੇ, ਬਨ ਵਿੱਚ ਰਾਮ ਨੂੰ ਕੱਢ ਕੇ ਕੀ ਯਸ਼ ਪ੍ਰਾਪਤ ਕਰੇਂਗੀ। ਪਸਮ ਆਨਨ ਤੇ ਗਈ ਕਹਿ ਸਕੇ ਅਸ ਬਾਢ। ਤੇਰੇ ਮੂੰਹ ਵਿੱਚ ਸੁਆਹ ਪੈ ਗਈ, ਇਹ ਤਲਵਾਰ ਦੀ ਕਾਟ ਵਰਗੀ ਗੱਲ ਕਿਸ ਤਰ੍ਹਾਂ ਕਹਿ ਦਿੱਤੀ। ਕੋਪ ਪੂਪ ਕੁਵੰਡ ਲੈ ਤੋਹ ਕਾਟੀਏ ਇਹ ਕਾਲ। ਫਿਰ ਗੁੱਸੇ ਨਾਲ ਰਾਜਾ ਧਨੁਸ਼ ਲੈ ਕੇ ਕਹਿਣ ਲੱਗਾ, ਇਸੇ ਵੇਲੇ ਤੈਨੂੰ ਕੱਢ ਦੇਵਾਂ। ਨਾਸ ਤੋਰਨ ਕੀਜੀਏ ਤੱਕ ਛਾੜੀਏ ਤੋਹ ਬਾਲ। ਪਰ ਤੇਰਾ ਨਾਸ ਨਹੀਂ ਕਰਦਾ, ਤੈਨੂੰ ਇਸਤਰੀ ਵੇਖ ਕੇ ਛੱਡਦਾ ਹਾਂ। ਨਗ ਸਰੂਪੀ ਛੰਦ। ਨਰਦੇਵ ਦੇਵ ਰਾਮ ਹੈ। ਰਾਮ ਮਨੁੱਖਾਂ ਅਤੇ ਦੇਵਤਿਆਂ ਦਾ ਸੁਆਮੀ ਹੈ। ਅਪੇਵ ਧਰਮ ਤਾਮ ਹੈ ਅਤੇ ਭੇਦ ਰਹਿਤ ਧਰਮ ਦਾ ਘਰ ਹੈ। ਅਬੁੱਧ ਨਾਰ ਤੈ ਮਨੇ। ਹੇ ਬੇਵਕੂਫ ਇਸਤਰੀ, ਤੂੰ ਆਪਣੇ ਮਨ ਤੋਂ ਬਿਸੁੱਧ ਬਾਤ ਕੋ ਪਨੇ। ਕਮਲੀ ਗੱਲ ਕਿਉਂ ਕਹਿ ਰਹੀ ਹੈ। ਅਗਾਧ ਦੇਵ ਅਨੰਤ ਹੈ। ਸ਼੍ਰੀ ਰਾਮ ਅੰਤ ਰਹਿਤ ਅਗਾਹ ਦੇਵ ਹੈ। ਅਪੂਤ ਸੋਭਵੰਤ ਹੈ। ਤੱਤਵਾਂ ਤੋਂ ਬਿਨਾਂ ਸ਼ੋਭਾ ਵਾਲਾ ਹੈ। ਕਿਰਪਾਲ ਕਰਮ ਕਾਰਣਨ। ਕਿਰਪਾਲੂ ਤੇ ਬਖਸ਼ਿਸ਼ ਕਰਨ ਵਾਲਾ ਹੈ। ਬਿਹਾਲ ਦਿਆਲ ਤਾਰਣਨ। ਮਾੜੀ ਹਾਲਤ ਨੂੰ ਸੁਧਾਰਨ ਵਾਲਾ ਦਿਆਲੂ ਹੈ। ਅਨੇਕ ਸੰਤ ਤਾਰਣਨ। ਅਨੇਕਾਂ ਸੰਤਾਂ ਨੂੰ ਤਾਰਨ ਵਾਲਾ ਹੈ। ਅਦੇਵ ਦੇਵ ਕਾਰਣਨ। ਦੈਂਤਾਂ ਤੇ ਦੇਵਤਿਆਂ ਦਾ ਕਾਰਨ ਰੂਪ ਹੈ। ਸੁਰੇਸ ਪਾਏ ਰੂਪਣਨ। ਇੰਦਰ ਦੇ ਸਰੂਪ ਵਾਲਾ ਹੈ। ਸਮਿਤ੍ਰ ਸਿੱਧ ਕੂਪਣਨ। ਅਤੇ ਸਿੱਧੀਆਂ ਦਾ ਅਮੁੱਖ ਭੰਡਾਰ ਹੈ। ਬਰਨ ਨਰੇਸ ਦੀਜੀਏ। ਫਿਰ ਕੈਕਈ ਕਹਿਣ ਲੱਗੀ, ਹੇ ਰਾਜਨ, ਮੈਨੂੰ ਵਰ ਦਿਓ। ਕਹੇ ਸੁਪੂਰ ਕੀਜੀਏ। ਜੋ ਤੁਸੀਂ ਕਹੇ ਹੋਏ ਹਨ ਉਹ ਪੂਰੇ ਕਰੋ। ਨਾ ਸੰਕ ਰਾਜ ਤਾਰੀਏ। ਹੇ ਰਾਜਨ, ਮਨ ਵਿੱਚ ਕੋਈ ਸ਼ੰਕਾ ਨਾ ਤਾਰੋ। ਨਾ ਬੋਲ ਬੋਲ ਹਾਰੀਏ। ਬੋਲ ਕਹਿ ਕੇ ਬੋਲ ਤੋਂ ਨਾ ਹਾਰੋ। ਨਗ ਸਰੂਪੀ ਅੱਧਾ ਛੰਦ। ਨਾ ਲਾਜੀਏ। ਹੇ ਰਾਜਨ, ਲੱਜਾ ਨਾ ਕਰੋ। ਨਾ ਪਾਜੀਏ। ਨਾ ਬਚਨ ਤੋਂ ਨਾ ਫਿਰੋ। ਰਘੁਵੇਸ ਕੋ ਰਾਮ ਨੂੰ ਬਨੇਸ ਕੋ ਤਪੋਵਣ ਵੱਲ ਭੇਜੋ। ਵਿਦਾ ਕਰੋ। ਰਾਮ ਨੂੰ ਵਿਦਾ ਕਰ ਦਿਓ। ਧਰਾ ਹਰੋ। ਧਰਤੀ ਦਾ ਭਾਰ ਦੂਰ ਕਰੋ। ਨਾ ਪਾਜੀਏ। ਬਚਨ ਤੋਂ ਨਾ ਫਿਰੋ। ਬਿਰਾਜੀਏ। ਸਥਿਰ ਰਹੋ। ਸਥਿਰ ਰਹੋ। ਸਥਿਰ ਹੋਵੋ। वशिष्ठ को, हे राजा वशिष्ठ, ਦਿਜਿਸਟ को ਅਤੇ ਰਾਜ ਪੁਰੋਹਿਤ ਨੂੰ ਬੁਲਾ ਲਵੋ, ਪਠਾਈਏ ਅਤੇ ਰਾਮਚੰਦਰ ਨੂੰ ਬਣ ਭੇਜੋ। ਨਰੇਸ਼ ਜੀ, ਰਾਜੇ ਦਸ਼ਰਥ ਨੇ ਉਸੇਸ ਲਈ ਠੰਡਾ ਸਾਹ ਲਿਆ। ਕੁਮੇ ਕਿਰੋ ਅਤੇ ਘੇਰਨੀ ਖਾ ਕੇ ਧਰਾ ਗਿਰੇ, ਧਰਤੀ ਉੱਤੇ ਡਿੱਗ ਪਏ।
ਸੁਚੇਤ ਪੇ, ਜਦੋਂ ਰਾਜਾ ਅਚੇਤ ਤੇ ਅਚੇਤ ਅਵਸਥਾ ਤੋਂ ਸੁਚੇਤ ਹੋਇਆ, ਉਸਾਸ ਲੈ ਤਾਂ ਹੌਂਕਾ ਲੈ ਕੇ ਉਦਾਸ ਹੋ ਗਿਆ। ਉਗਾਦ ਛੰਦ। ਸਬਾਰ ਨੈਣਨ, ਰਾਜੇ ਨੇ ਜਲ ਭਰਿਆ ਅੱਖਾਂ ਨਾਲ ਉਦਾਸ ਬੈਣਨ ਅਤੇ ਉਦਾਸ ਬਚਨਾਂ ਨਾਲ ਕੈਕਈ ਨੂੰ ਕਹਿਓ ਕੁਨਾਰੀ ਕਿਹਾ, ਹੇ ਨੀਚ ਔਰਤ, ਕੁਬਿੱਤਰਕਾਰੀ, ਬੁਰੇ ਸੁਭਾਅ ਵਾਲੀ, ਕਲੰਕ ਰੂਪਾ ਹੈ ਕਲੰਕ ਰੂਪਣੀ, ਕੋਵਿਰਤ ਕੂਪਾ ਹੈ ਬੁਰੀ ਸੁਭਾਵ ਦੀ ਖੂਹ, ਨਿਲਜ ਨੈਣੀ ਹੈ ਨਿਰਲਜ ਅੱਖਾਂ ਵਾਲੀ, ਕੁਬਾਕ ਬੈਣੀ ਹੈ ਬੁਰੇ ਬੋਲ ਬੋਲਣ ਵਾਲੀ, ਕਲੰਕ ਕਰਨੀ ਹੈ ਕਲੰਕ ਕਰਨ ਵਾਲੀ, ਸਮ੍ਰਿੱਧ ਹਰਣੀ ਹੈ ਅਮੀਰੀ ਨੂੰ ਨਸ਼ਟ ਕਰਨ ਵਾਲੀ, ਅਕ੍ਰਿਤ ਕਰਮਾ ਹੈ ਨਾ ਕਰਨ ਯੋਗ ਕਰਮਾਂ ਨੂੰ ਕਰਨ ਵਾਲੀ, ਨਿਲਜ ਧਰਮਾ ਹੈ ਨਿਰਲਜ ਧਰਮ ਵਾਲੀ, ਅਲਜ ਤਾਮਨ ਹੈ ਬੇਸ਼ਰਮੀ ਦਾ ਘਰ, ਨਿਲਜ ਬਾਮਨ ਰੂਪ ਨਿਰਲਜ ਇਸਤਰੀ, ਅਸੋਭ ਕਰਨੀ ਬਦਨਾਮੀ ਕਰਾਉਣ ਵਾਲੀ, ਸਸੋਭ ਹਰਣੀ ਹੈ ਸ਼ੋਭਾ ਨੂੰ ਨਸ਼ਟ ਕਰਨ ਵਾਲੀ, ਨਿਲਜ ਨਾਰੀ ਹੈ ਲੱਜਾਹੀਣ ਇਸਤਰੀ, ਕੁਕਰਮਕਾਰੀ ਹੈ ਕੁਕਰਮ ਕਰਨ ਵਾਲੀ, ਅਤਰਮ ਰੂਪਾ ਹੈ ਅਤਰਮ ਰੂਪ ਵਾਲੀ, ਅਕਜ ਕੂਪਾ ਹੈ ਕੱਜੇ ਜਾਣ ਵਾਲੇ ਪਾਪਾ ਦੇ ਖੂਹ ਦੇ ਰੂਪ ਵਾਲੀ, ਪਹਿ ਪਿਟਾਰੀ ਹੈ ਪਾਪਾ ਦੀ ਪਿਟਾਰੀ, ਕੁਕਰਮਕਾਰੀ ਹੈ ਕੁਕਰਮ ਕਰਨ ਵਾਲੀ, ਮਰੇ ਨਾ ਮਰਨੀ ਹੈ ਮਰਿਆ ਨਾ ਮਰਨ ਵਾਲੀ, ਅਕਾਜ ਕਰਨੀ ਹੈ ਬੁਰੇ ਕੰਮ ਕਰਨ ਵਾਲੀ, ਕੇਕਈ ਬਾਜ, ਕੇਕਈ ਨੇ ਕਿਹਾ, ਨਰੇਸ ਮਾਨੋ ਹੇ ਰਾਜਨ, ਮੇਰਾ ਕਿਹਾ ਮੰਨੋ, ਕਹਿਓ ਪਛਾਣੋ ਆਪਣਾ ਕਿਹਾ ਯਾਦ ਕਰੋ, ਬਦਿਓ ਸੁ ਦੇਹੂ, ਜੇ ਕਿਹਾ ਸੀ ਉਸ ਅਨੁਸਾਰ, ਬਰਨ ਦੂ ਮੋਹੂ, ਮੈਨੂੰ 2 ਵਰ ਦਿਓ, ਚਿਤਾਰ ਲੀਜੇ, ਚੇਤੇ ਕਰ ਲਵੋ, ਕਹਿਓ ਸੁ ਦੀਜੇ, ਜੋ ਕਿਹਾ ਹੋਇਆ ਹੈ ਉਹੀ ਦਿਓ, ਨਾ ਧਰਮ ਹਾਰੋ, ਧਰਮ ਨਾ ਹਾਰੋ, ਨਾ ਭਰਮ ਟਾਰੋ, ਭਰਮ ਦੇ ਵਿੱਚ ਪੈ ਕੇ ਬਚਨ ਨੂੰ ਨਾ ਟਾਲੋ, ਬੁੱਲੇ ਬਸਿਸ਼ਟੇ, ਵਸ਼ਿਸ਼ਟ ਨੂੰ ਭੁਲਾ ਲਵੋ, ਅਪੂਰਬ ਇਸ਼ਟੇ, ਜੋ ਅਦੁੱਤੀ ਇਸ਼ਟ ਹੈ, ਕਹੀ ਸੀਏਸੈ, ਸੀਤਾ ਦੇ ਪਤੀ ਰਾਮ ਚੰਦਰ ਨੂੰ ਇਹ ਗੱਲ ਕਹੋ, ਨਿਕਾਰ ਦੇਸੈ ਅਤੇ ਦੇਸੋ ਕੱਢ ਦਿਓ, ਬਿਲਮ ਨਾ ਕੀਜੇ, ਦੇਰੀ ਨਾ ਕਰੋ, ਸੁਮਾਨ ਲੀਜੇ, ਮੇਰੀ ਬੇਨਤੀ ਮੰਨ ਲਵੋ, ਰਿਖੇਸ ਰਾਮਨ, ਰਾਮ ਨੂੰ ਰਿਸ਼ੀ ਭੇਸ ਧਾਰਨ ਕਰਾ ਕੇ, ਨਿਕਾਰ ਤਾਮਨ, ਘਰ ਤੋਂ ਕੱਢ ਦਿਓ, ਰਹੇ ਨਾ ਇਆਣੀ, ਰਾਜੇ ਨੇ ਕਿਹਾ, ਹੇ ਇਆਣੀ, ਚੁੱਪ ਕਿਉਂ ਨਹੀਂ ਰਹਿੰਦੀ, ਪਈ ਦੀਵਾਨੀ, ਕੀ ਦੀਵਾਨੀ ਹੋ ਗਈ ਹੈ, ਚੁੱਪੇ ਨਾ ਬਉਰੀ, ਹੇ ਪਗਲੀਏ, ਚੁੱਪ ਕਿਉਂ ਨਹੀਂ ਕਰਦੀ, ਬਕੈਤ ਡੌਰੀ, ਹੇ ਬਕਵਾਦਣੇ ਬਕਦੀ ਜਾਂਦੀ ਹੈ, ਥ੍ਰਿੰਗਸ ਰੂਪਾ, ਤੇਰੇ ਰੂਪ ਨੂੰ ધિੱਕਾਰ ਹੈ, ਨਿਖੇਦ ਕੂਪਾ, ਤੂੰ ਨੀਚਤਾ ਦਾ ਖੂਹ ਹੈ, ਦ੍ਰਿਬਾਕ ਬੈਣੀ, ਬੁਰੇ ਬੋਲ ਬੋਲਣ ਵਾਲੀ ਹੈ, ਨਰੇਸ ਛੈਣੀ ਅਤੇ ਰਾਜੇ ਨੂੰ ਨਸ਼ਟ ਕਰਨ ਵਾਲੀ ਛੈਣੀ ਹੈ, ਨਿਕਾਰ ਰਾਮਨ, ਕਰ ਦੇ ਆਸਰਾ ਰੂਪ ਰਾਮ ਨੂੰ
ਆਧਾਰ ਤਾਮਨ ਕਰ ਦਿੱਤਾ ਹੈ। ਹਤਿਓ ਨਿਜੇਸਨ ਅਤੇ ਆਪਣੇ ਸੁਆਮੀ ਨਿਜੇਸ਼ ਨੂੰ ਮਾਰਿਆ ਹੈ। ਕੁਕਰਮ ਪੇਸਨ ਪੈੜੇ ਕਰਮ ਦੇ ਸਰੂਪ ਵਾਲੀ ਹੈ। ਉਗਾਧਾ ਛੰਦ। ਅਜਿੱਤ ਜਿੱਤੇ ਅਬਾਹ ਬਾਹੇ। ਇਸਤਰੀਆਂ ਨੇ ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ, ਨਾ ਬਾਹੇ ਜਾ ਸਕਣ ਵਾਲਿਆਂ ਨੂੰ ਬਾਹ ਲਿਆ। ਅਖੰਡ ਖੰਡੇ ਅਦਾਹ ਦਾਹੇ। ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡ ਦਿੱਤਾ। ਅਪੰਡ ਪੰਡੇ ਅਡੰਗ ਡੰਗੇ। ਨਾ ਭੰਡੇ ਜਾ ਸਕਣ ਵਾਲਿਆਂ ਨੂੰ ਡੰਗ ਦਿੱਤਾ। ਅਮੁੰਨ ਮੁੰਨੇ ਅਪੰਗ ਪੰਗੇ। ਨਾ ਮੁੰਨੇ ਜਾ ਸਕਣ ਵਾਲਿਆਂ ਨੂੰ ਮੁੰਨ ਦਿੱਤਾ, ਨਾ ਭੰਗ ਹੋਣ ਵਾਲਿਆਂ ਦਾ ਭੰਗਨ ਕਰ ਦਿੱਤਾ। ਅਕਰਮ ਕਰਮਨ ਅਲਖ ਲੱਖੇ। ਨਾ ਕੀਤੇ ਜਾ ਸਕਣ ਵਾਲਿਆਂ ਕੰਮਾਂ ਨੂੰ ਕਰ ਲਿਆ, ਨਾ ਲਖੇ ਜਾ ਸਕਣ ਵਾਲਿਆਂ ਨੂੰ ਲਖ ਲਿਆ। ਅਡੰਡ ਡੰਡੇ ਅਪੱਖ ਪੱਖੇ। ਨਾ ਡੰਡੇ ਜਾ ਸਕਣ ਵਾਲਿਆਂ ਨੂੰ ਡੰਡ ਦਿੱਤਾ, ਨਾ ਖਾਧੇ ਜਾ ਸਕਣ ਵਾਲਿਆਂ ਨੂੰ ਖਾ ਲਿਆ। ਅਥਾਹ ਥਾਹੇ ਅਦਾਹ ਦਾਹੇ। ਨਾ ਥਾ ਪੀਏ ਨਾ ਥਾ ਪਾਏ ਜਾ ਸਕਣ ਵਾਲਿਆਂ ਨੂੰ ਥਾ ਪਾ ਲਈ, ਨਾ ਸੜਨ ਵਾਲਿਆਂ ਨੂੰ ਸਾੜ ਦਿੱਤਾ। ਅਪੰਗ ਪੰਗੇ ਅਬਾਹ ਬਾਹੇ। ਨਾ ਭੱਜਣ ਵਾਲਿਆਂ ਨੂੰ ਭੰਨ ਦਿੱਤਾ ਹੈ, ਨਾ ਫੜੇ ਜਾ ਸਕਣ ਵਾਲਿਆਂ ਨੂੰ ਫੜ ਲਿਆ। ਅਪਿੱਜ ਪਿੱਜੇ ਅਜਾਲ ਜਾਲੇ। ਨਾ ਭਿੱਜਣ ਵਾਲਿਆਂ ਨੂੰ ਭਿਗੋ ਦਿੱਤਾ, ਨਾ ਫਸਣ ਵਾਲਿਆਂ ਨੂੰ ਫਸਾ ਲਿਆ। ਅਖਾਪ ਖਾਪੇ ਅਚਾਲ ਚਾਲੇ। ਨਾ ਖਪ ਸਕਣ ਵਾਲਿਆਂ ਨੂੰ ਖਪਾ ਦਿੱਤਾ, ਨਾ ਚਲ ਸਕਣ ਵਾਲਿਆਂ ਨੂੰ ਚਲਾ ਦਿੱਤਾ। ਅਪਿੰਨ ਪਿੰਨੇ ਅਡੰਡ ਡਾੜੇ। ਨਾ ਭੇਦੇ ਜਾ ਸਕਣ ਵਾਲਿਆਂ ਨੂੰ ਭੇਦ ਦਿੱਤਾ, ਨਾ ਡੰਡੇ ਜਾ ਸਕਣ ਵਾਲਿਆਂ ਨੂੰ ਡੰਡ ਦਿੱਤਾ। ਅਕਿੱਤ ਕਿੱਤੇ ਅਮੁੰਡ ਮਾੜੇ। ਨਾ ਕੀਤੇ ਜਾ ਸਕਣ ਵਾਲਿਆਂ ਨੂੰ ਕਰ ਦਿੱਤਾ, ਨਾ ਮੰਡੇ ਜਾ ਸਕਣ ਵਾਲਿਆਂ ਨੂੰ ਮੰਡ ਦਿੱਤਾ। ਅਛਿੱਦ ਛਿੱਦੇ ਅਦਗ ਦਾਗੇ। ਨਾ ਛੇਦੇ ਜਾ ਸਕਣ ਵਾਲਿਆਂ ਨੂੰ ਛੇਦ ਦਿੱਤਾ, ਨਾ ਦਾਗੇ ਜਾ ਸਕਣ ਵਾਲਿਆਂ ਨੂੰ ਦਾਗ ਦਿੱਤਾ। ਅਚੋਰ ਚੋਰੇ ਅਠੱਗ ਠਾਗੇ। ਨਾ ਚੁਰਾਏ ਜਾ ਸਕਣ ਵਾਲਿਆਂ ਨੂੰ ਚੁਰਾ ਲਿਆ, ਨਾ ਠੱਗੇ ਜਾ ਸਕਣ ਵਾਲਿਆਂ ਨੂੰ ਠੱਗ ਲਿਆ। ਅਪਿੱਦ ਪਿੱਦੇ ਅਫੋੜ ਫੋੜੇ। ਨਾ ਵੱਖ ਕੀਤੇ ਜਾ ਸਕਣ ਵਾਲਿਆਂ ਨੂੰ ਵੱਖ ਕਰ ਦਿੱਤਾ, ਨਾ ਫੁੱਟਣ ਵਾਲਿਆਂ ਨੂੰ ਫੋੜ ਦਿੱਤਾ। ਅਕੱਜ ਕੱਜੇ ਅਜੋੜ ਜੋੜੇ। ਨਾ ਕੰਜ ਜਾ ਸਕਣ ਵਾਲਿਆਂ ਨੂੰ ਕੱਜ ਦਿੱਤਾ, ਨਾ ਜੋੜੇ ਜਾ ਸਕਣ ਵਾਲਿਆਂ ਨੂੰ ਜੋੜ ਦਿੱਤਾ। ਅਦੱਗ ਦੱਗੇ ਅਮੋੜ ਮੋੜੇ। ਇਸੇ ਤਰ੍ਹਾਂ ਨਾ ਦਾਗੇ ਜਾ ਸਕਣ ਵਾਲਿਆਂ ਨੂੰ ਦਾਗ ਦਿੱਤਾ, ਨਾ ਮੋੜੇ ਜਾ ਸਕਣ ਵਾਲਿਆਂ ਨੂੰ ਮੋੜ ਦਿੱਤਾ। ਅਖਿੱਚ ਖਿੱਚੇ ਅਜੋੜ ਜੋੜੇ। ਨਾ ਖਿੱਚੇ ਜਾ ਸਕਣ ਵਾਲਿਆਂ ਨੂੰ ਖਿੱਚ ਲਿਆ, ਨਾ ਜੋੜ ਸਕਣ ਵਾਲਿਆਂ ਨੂੰ ਜੋੜ ਦਿੱਤਾ। ਅਕੱਡ ਕੱਢੇ ਅਸਾਧ ਸਾਧੇ। ਨਾ ਕੱਢੇ ਜਾ ਸਕਣ ਵਾਲਿਆਂ ਨੂੰ ਕੱਢ ਦਿੱਤਾ, ਨਾ ਸਾਧੇ ਜਾ ਸਕਣ ਵਾਲਿਆਂ ਨੂੰ ਸਾਧ ਲਿਆ। ਅਫੱਟ ਫੱਟੇ ਅਫਾਦ ਫਾਦੇ। ਨਾ ਫਟ ਸਕਣ ਵਾਲਿਆਂ ਨੂੰ ਫਾੜ ਦਿੱਤਾ, ਨਾ ਫਸਣ ਵਾਲਿਆਂ ਨੂੰ ਫਸਾ ਲਿਆ। ਅਤੰਦ ਤੰਦੇ ਅਕੱਜ ਕੱਜੇ। ਤੰਦੇ ਤੋਂ ਰਹਿਤਾਂ ਨੂੰ ਤੰਦੇ ਲਾਇਆ ਹੈ, ਨਾ ਕੱਜੇ ਜਾਣ ਵਾਲਿਆਂ ਨੂੰ ਕੱਜਿਆ ਹੈ। ਅਪਿੰਨ ਪਿੰਨੇ ਅਪੱਜ ਭੱਜੇ। ਨਾ ਵੱਖ ਹੋਣ ਵਾਲਿਆਂ ਨੂੰ ਵੱਖ ਕਰ ਦਿੱਤਾ ਹੈ, ਨਾ ਭੱਜਣ ਵਾਲਿਆਂ ਨੂੰ ਲੱਭ ਲਿਆ। ਅਛੇੜ ਛੇੜੇ ਅਲੱਥ ਲੱਥੇ। ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ। ਅਜਿੱਤ ਜਿੱਤੇ ਅਬੱਧ ਬੱਧੇ। ਨਾ ਬੰਨੇ ਜਾ ਸਕਣ ਵਾਲਿਆਂ ਨੂੰ ਬੰਨ ਦਿੱਤਾ। ਅਚੀਰ ਚੀਰ ਅਤੋੜ ਤਾੜੇ। ਨਾ ਚੀਰੇ ਜਾ ਸਕਣ ਵਾਲਿਆਂ ਨੂੰ ਚੀਰ ਦਿੱਤਾ, ਨਾ ਤਾੜੇ ਜਾ ਸਕਣ ਵਾਲਿਆਂ ਨੂੰ ਤਾੜ ਦਿੱਤਾ। ਅਠੱਡ ਠੱਡੇ ਅਪਾੜ ਪਾੜੇ।
ਸਥਾਪਨਾਹੀਣਾਂ ਨੂੰ ਸਥਾਪਿਤ ਕਰ ਦਿੱਤਾ, ਨਾ ਪਾਟਣ ਵਾਲਿਆਂ ਨੂੰ ਪਾੜ ਦਿੱਤਾ। ਅਥੱਕ ਥੱਕੇ ਅਪੰਗ ਪੰਗੇ, ਨਾ ਥੱਕੇ ਜਾ ਸਕਣ ਵਾਲਿਆਂ ਨੂੰ ਥੱਕ ਦਿੱਤਾ, ਅਪੰਗ ਨੂੰ ਪੰਗੂ ਬਣਾ ਦਿੱਤਾ। ਅਜੁੱਧ ਜੁੱਦੇ ਅਜੰਗ ਜੰਗੇ, ਯੁੱਧ ਤੋਂ ਹੀਣਾਂ ਨੂੰ ਯੁੱਧ ਵਿੱਚ ਰੁਝਾ ਦਿੱਤਾ, ਜੰਗ ਨਾ ਕਰਨ ਵਾਲਿਆਂ ਨੂੰ ਜੰਗ ਵਿੱਚ ਰੁਝਾ ਦਿੱਤਾ। ਅਕੁੱਟ ਕੁੱਟੇ ਅਕੁੱਟ ਕਾਏ, ਨਾ ਕੁੱਟੇ ਜਾਣ ਸਕਣ ਵਾਲਿਆਂ ਨੂੰ ਕੁੱਟਿਆ, ਨਾ ਕੁੱਟੇ ਜਾ ਸਕਣ ਵਾਲਿਆਂ ਨੂੰ ਘੁੱਟਿਆ। ਅਚੂਰ ਚੂਰੇ ਅਦਾਵ ਦਾਏ, ਨਾ ਚੂਰਨ ਹੋਣ ਵਾਲਿਆਂ ਨੂੰ ਚੂਰ ਚੂਰ ਕਰ ਦਿੱਤਾ, ਦਾਅ ਵਿੱਚ ਨਾ ਫਸਣ ਵਾਲਿਆਂ ਨੂੰ ਫਸਾ ਦਿੱਤਾ। ਅਪੀਰ ਪੀਰੇ ਅਪੰਗ ਪੰਗੇ, ਅਪੀਰੂਆਂ ਨੂੰ ਪੀਰੂ ਬਣਾ ਦਿੱਤਾ, ਅਪੰਗਾਂ ਨੂੰ ਭੰਨ ਦਿੱਤਾ। ਅਟੁੱਕ ਟੁੱਕੇ ਅਕੰਗ ਕੰਗੇ, ਨਾ ਟੁੱਕੇ ਜਾ ਸਕਣ ਵਾਲਿਆਂ ਨੂੰ ਟੁੱਕ ਦਿੱਤਾ, ਬਿਨਾਂ ਕਵਚ ਵਾਲਿਆਂ ਨੂੰ ਕਵਚਾਂ ਵਾਲਾ ਕਰ ਦਿੱਤਾ। ਅਖਿੱਦ ਖੇਦੇ ਅਡਾਹ ਡਾਹੇ, ਨਾ ਦੁਖੀ ਹੋਣ ਵਾਲਿਆਂ ਨੂੰ ਦੁਖੀ ਕਰ ਦਿੱਤਾ, ਨਾ ਟਹਿ ਸਕਣ ਵਾਲਿਆਂ ਨੂੰ ਢਾਹ ਦਿੱਤਾ। ਅਗੰਜ ਗੰਜੇ ਅਬਾਹ ਬਾਹੇ, ਨਾ ਗੰਜੇ ਜਾ ਸਕਣ ਵਾਲਿਆਂ ਨੂੰ ਗੰਜ ਦਿੱਤਾ, ਨਾ ਪਕੜੇ ਜਾ ਸਕਣ ਵਾਲਿਆਂ ਨੂੰ ਪਕੜ ਲਿਆ। ਅਮੁੰਨ ਮੁੰਨੇ ਅਹੇ ਅਹੇਹ ਹੇਹੇ, ਅਮੁੰਨ ਮੁੰਨੇ ਅਹੇਹ ਹੇਹੇ, ਨਾ ਮੁੰਨੇ ਜਾਣ ਵਾਲਿਆਂ ਨੂੰ ਮੁੰਨ ਦਿੱਤਾ, ਅਤੇ ਨਾ ਧੱਕੇ ਖਾਣ ਵਾਲਿਆਂ ਨੂੰ ਧੱਕੇ ਖੁਆ ਦਿੱਤੇ। ਵਿਰੰਚਨ ਨਾਰੀ ਤਾਂ ਸੁਖ ਕੇਹੇ, ਜੋ ਇਸ ਪ੍ਰਕਾਰ ਦੇ ਗੁਣਾਂ ਵਾਲੀ ਇਸਤਰੀ ਦੇ ਮੋਹ ਵਿੱਚ ਫਸੇ ਹੋਏ ਹਨ, ਉਹਨਾਂ ਨੂੰ ਭਲਾ ਸੁੱਖ ਕਿੱਥੇ। ਦੋਹਰਾ। ਇਹ ਬਿਧ ਕੇਕਈ ਹਟ ਗਇਓ ਬਰ ਮਾਂਗਨ ਨ੍ਰਿਪ ਤੀਰ। ਇਸ ਤਰ੍ਹਾਂ ਕੈਕਈ ਨੇ ਰਾਜੇ ਕੋਲੋਂ ਵਰ ਮੰਗਣ ਲਈ ਹੱਠ ਫੜਿਆ ਹੋਇਆ ਹੈ। ਅਤ ਆਤਰ ਕੀਆ ਕਹਿ ਸਕੇ ਬਿਦਿਓ ਕਾਮ ਕੇ ਤੀਰ। ਕਾਮ ਦੇ ਤੀਰ ਨਾਲ ਵਿੰਨਿਆ ਹੋਇਆ ਰਾਜਾ ਦਸ਼ਰਥ ਬਹੁਤ ਦੁਖੀ ਹੋ ਰਿਹਾ ਹੈ, ਪਰ ਕਹਿ ਹੀ ਕੀ ਸਕਦਾ ਹੈ। ਦੋਹਰਾ। ਬਹੁ ਬਿਧ ਪਰ ਪਾਇਨ ਰਹੇ ਮੋਰੇ ਬਚਨ ਅਨੇਕ। ਬਹੁਤ ਤਰ੍ਹਾਂ ਨਾਲ ਰਾਜਾ ਰਾਣੀ ਦੇ ਪੈਰੀ ਪੈ ਕੇ ਅਨੇਕਾਂ ਵਾਰੀ ਬਚਨ ਨੂੰ ਟਾਲਣ ਦਾ ਵੀ ਯਤਨ ਕਰਦਾ ਹੈ। ਗਹਿਉ ਹਠ ਅਬਲਾ ਰਹੀ ਮਾਨਿਓ ਬਚਨ ਨਾ ਏਕ। ਪਰ ਇਸਤਰੀ ਨੇ ਵੱਡੇ ਹੱਠ ਨੂੰ ਫੜਿਆ ਹੋਇਆ ਹੈ, ਉਸਨੇ ਇੱਕ ਗੱਲ ਵੀ ਨਹੀਂ ਮੰਨੀ। ਬਰ ਦਇਓ ਮੈਂ ਛੋਰੇ ਨਹੀਂ ਤੈ ਕਰ ਕੋਟ ਉਪਾਏ। ਕੈਕਈ ਕਹਿ ਰਹੀ ਹੈ, ਤੁਸੀਂ ਵਰ ਦਿਓ, ਮੈਂ ਛੱਡਦੀ ਨਹੀਂ, ਭਾਵੇਂ ਤੁਸੀਂ ਕਰੋੜਾਂ ਉਪਾਅ ਕਰੋ। ਕਰ ਮੋਹ ਸੁਤ ਕਹੂ ਦੀਜੀਏ ਬਨਬਾਸੇ ਰਘੁਰਾਏ। ਮੇਰੇ ਪੁੱਤਰ ਨੂੰ ਘਰ ਵਿੱਚ ਰਾਜ ਦਿਓ ਅਤੇ ਰਾਮ ਚੰਦਰ ਨੂੰ ਬਨਵਾਸ ਦਿਓ। ਭੂਪ ਤਰਨ ਬਿਨ ਬੁੱਧ ਗਿਰਿਓ ਸੁਨਤ ਬਚਨ ਤ੍ਰਿਯ ਕਾਨ। ਇਸਤਰੀ ਦੇ ਬਚਨ ਕੰਨਾਂ ਨਾਲ ਸੁਣਦਿਆਂ ਹੀ ਰਾਜਾ ਬੇਸੁੱਧ ਹੋ ਕੇ ਡਿੱਗ ਪਿਆ। ਜਿਮ ਮ੍ਰਿਗੇਸ ਬਨ ਕੇ ਬਿਖੇ ਬਦਿਓ ਬਦ ਕਰ ਬਾਨ। ਜਿਵੇਂ ਬਣ ਵਿੱਚ ਸ਼ਿਕਾਰੀ ਦੇ ਤੀਰ ਨਾਲ ਵਿੰਨੇ ਜਾਣ ਤੇ ਸ਼ੇਰ ਡਿੱਗ ਪੈਂਦਾ ਹੈ। ਤਰਫ ਰਾਤ ਪ੍ਰਿਥਵੀ ਪਰਿਓ ਸੁਨ ਬਨ ਰਾਮ ਉਚਾਰ। ਰਾਮ ਨੂੰ ਬਣ ਵਿੱਚ ਭੇਜਣ ਦੀ ਗੱਲ ਸੁਣ ਕੇ ਰਾਜਾ ਤੜਫਦਾ ਹੋਇਆ ਧਰਤੀ ਉੱਤੇ ਡਿੱਗਿਆ। ਪਲਕ ਪ੍ਰਾਨ ਤਿਆਗੇ ਤਜਤ ਮਦ ਸਫਰ ਸਰਬਾਰ। ਅਤੇ ਪਲਕ ਮਾਰਨ ਦੀ ਦੇਰ ਵਿੱਚ ਪ੍ਰਾਣ ਤਿਆਗ ਦਿੱਤੇ, ਜਿਵੇਂ ਪਾਣੀ ਵਿੱਚੋਂ
ਨਿਕਲਦਿਆਂ ਮਛਲੀ ਪ੍ਰਾਣ ਤਿਆਗ ਦਿੰਦੀ ਹੈ। ਰਾਮ ਨਾਮ ਸਰਵਣਨ ਸੁਣਿਓ ਉਠ ਥਿਰ ਪਇਓ ਸੁਚੇਤ। ਰਾਜੇ ਨੇ ਜਦੋਂ ਰਾਮ ਦਾ ਨਾਂ ਕੰਨਾਂ ਨਾਲ ਸੁਣਿਆ, ਉਸੇ ਵੇਲੇ ਸੁਚੇਤ ਹੋ ਕੇ ਉੱਠ ਬੈਠਾ। ਜਨੋ ਰਣ ਸੁਭਟ ਗਿਰਿਓ ਉਠਿਓ ਗਹਿ ਅਸ ਨਿਡਰ ਸੁਚੇਤ। ਮਾਨੋ ਲੜਾਈ ਵਿੱਚ ਡਿੱਗਾ ਹੋਇਆ ਸੂਰਮਾ ਖੜਾ ਹੋ ਕੇ ਤਲਵਾਰ ਨੂੰ ਫੜਦਾ ਹੋਵੇ। ਪ੍ਰਾਨ ਪਤਨ ਨ੍ਰਿਪ ਬਰ ਸਹੋ ਧਰਮ ਨਾ ਛੋੜਾ ਜਾਏ। ਪ੍ਰਾਣਾ ਦਾ ਨਾਸ ਤਾਂ ਰਾਜੇ ਨੇ ਸਹਾਰ ਲਿਆ, ਪਰ ਧਰਮ ਨਹੀਂ ਛੱਡਿਆ ਜਾ ਸਕਦਾ। ਦੈਨ ਕਹੇ ਜੋ ਬਰ ਹੁਤੇ ਤਨ ਜੁੱਤ ਦਏ ਉਠਾਏ। ਜਿਹੜੇ ਵਰ ਦੇਣੇ ਕਹੇ ਹੋਏ ਸਨ, ਤਨ ਸਮੇਤ ਚੁਕਾ ਦਿੱਤੇ ਹਨ। ਜਿਹੜੇ ਵਰ ਦੇਣੇ ਕਹੇ ਹੋਏ ਸਨ, ਤਨ ਸਮੇਤ ਚੁਕਾ ਦਿੱਤੇ ਹਨ। ਕੇਕਈ ਬਾਚ ਨਿਰਪੋ ਬਾਚ। ਰਾਜੇ ਦਸ਼ਰਥ ਅਤੇ ਕੈਕਈ ਨੇ ਵਸਿਸ਼ਠ ਸੋਂ ਵਸ਼ਿਸ਼ਠ ਨੂੰ ਕਿਹਾ, ਦੋਹਰਾ। ਰਾਮ ਭਿਆਨੋ ਬਨ ਕਰੇ ਪਰਥ ਕਰੇ ਠਕੁਰਾਏ। ਰਾਮ ਬਣ ਨੂੰ ਜਾਏ ਅਤੇ ਪਰਤ ਰਾਜ ਕਰੇ। ਬਰਕ ਚਤਰ ਦਸ ਕੇ ਬਿਤੇ ਫਿਰ ਰਾਜਾ ਰਘੁਰਾਏ। 14 ਬਰਸਾਂ ਦੇ ਬੀਤਣ ਤੋਂ ਬਾਅਦ ਰਾਮ ਚੰਦਰ ਫਿਰ ਰਾਜਾ ਹੋਵੇਗਾ। ਕਹੀ ਵਸਿਸ਼ਠ ਸੁਧਾਰ ਕਰ ਸ਼੍ਰੀ ਰਘੁਬਰ ਸੋ ਜਾਏ। ਇਹ ਗੱਲ ਸੁਧਾਰ ਕੇ ਵਸ਼ਿਸ਼ਠ ਨੇ ਸ਼੍ਰੀ ਰਾਮ ਚੰਦਰ ਨੂੰ ਜਾ ਕੇ ਕਹੀ। ਬਰਕ ਚਤੁਰਦਸ ਪਰਤ ਨ੍ਰਿਪ ਪੁਨ ਨ੍ਰਿਪ ਸ੍ਰੀ ਰਘੁਰਾਏ। ਕਿ 14 ਸਾਲ ਭਰਤ ਰਾਜ ਕਰੇਗਾ, ਮਗਰੋਂ ਸ਼੍ਰੀ ਰਾਮ ਰਾਜਾ ਹੋਵੇਗਾ। ਸੁਨ ਵਸਿਸ਼ਠ ਕੋ ਬਚ ਸ਼੍ਰਵਨ ਰਘੁਪਤ ਫਿਰੇ ਸਸੋਗ। ਵਸ਼ਿਸ਼ਠ ਦੇ ਬਚਨ ਕੰਨੀ ਸੁਣ ਕੇ ਰਾਮ ਚੰਦਰ ਸੋਗ ਨਾਲ ਘਰ ਨੂੰ ਮੁੜ ਆਏ। ਉਤ ਦਸਰਥ ਤਨ ਕੋ ਤਜਿਓ ਸ਼੍ਰੀ ਰਘੁਬੀਰ ਵਿਯੋਗ। ਉਧਰ ਦਸ਼ਰਥ ਰਾਜੇ ਨੇ ਸ਼੍ਰੀ ਰਾਮ ਚੰਦਰ ਦੇ ਵਿਯੋਗ ਵਿੱਚ ਸਰੀਰ ਤਿਆਗ ਦਿੱਤਾ। ਸੋਰਠਾ। ਗ੍ਰਹਿ ਆਵਤ ਰਘੁਰਾਏ ਸਭ ਤਨ ਦਿਓ ਲੁਟਾਏ ਕੇ। ਘਰ ਆਉਂਦਿਆਂ ਹੀ ਰਾਮ ਚੰਦਰ ਨੇ ਸਾਰਾ ਧਨ ਲੁਟਾ ਦਿੱਤਾ। ਕਟ ਤਰਕਸੀ ਸੁਹਾਏ ਬੋਲਤ ਪੇ ਸਿਯ ਸੋ ਬਚਨ। ਅਤੇ ਜਿਸ ਰਾਮ ਦੇ ਲੱਕ ਨਾਲ ਫੱਦਾ ਸ਼ੋਭ ਰਿਹਾ ਸੀ, ਉਹ ਸੀਤਾ ਪ੍ਰਤੀ ਬਚਨ ਕਹਿਣ ਲੱਗੇ। ਸੁਣ ਸਿਯ ਸੁਜਸ ਸੁਜਾਨ ਰਹੋ ਕੌਸਲਿਆ ਤੀਰ ਤੁਮ। ਹੇ ਯਸ਼ ਵਾਲੀ ਅਤੇ ਸੁਜਾਨ ਸੀਤਾ ਸੁਣ, ਤੂੰ ਮਾਤਾ ਕੁਸ਼ਲਿਆ ਕੋਲ ਰਹਿ। ਰਾਜ ਘਰੋਂ ਫਿਰ ਆਨ ਤੋ ਸਹਿਤ ਬਨਵਾਸ ਬਸ। ਮੈਂ 14 ਵਰੇ ਬਨਵਾਸ ਕੱਟਤੇ ਫਿਰ ਆ ਕੇ ਤੇਰੇ ਸਹਿਤ ਰਾਜ ਕਰਾਂਗਾ। ਸੀਤਾ ਬਾਜ ਰਾਮ ਸੌ। ਸੀਤਾ ਨੇ ਰਾਮ ਪ੍ਰਤੀ ਕਿਹਾ, ਸੀਤਾ ਜੀ ਨੇ ਰਾਮ ਪ੍ਰਤੀ ਕਿਹਾ। ਸੋਰਠਾ। ਮੈਂ ਨਾ ਤਜੋ ਪੀਏ ਸੰਗ ਕੈਸੋਈ ਦੁੱਖ ਜੀਏ ਪੈ ਪਰੋ। ਹੇ ਸਵਾਮੀ, ਮੈਂ ਆਪਣੇ ਪ੍ਰੀਤਮ ਦਾ ਸਾਥ ਨਹੀਂ ਛੱਡਾਂਗੀ, ਭਾਵੇਂ ਕਿਹੋ ਜਿਹਾ ਵੀ ਦੁੱਖ ਮੇਰੇ ਸਰੀਰ ਉੱਤੇ ਪੈ ਜਾਵੇ। ਤਨਕ ਨਾ ਮੋਰਿਉ ਅੰਗ ਅੰਗ ਤੇ ਹੋ ਅਨੰਗ ਕਿਨ। ਛਿਣ ਭਰ ਲਈ ਵੀ ਮੋਹ
ਅੰਗ ਨਹੀਂ ਮੋੜਾਂਗੀ, ਭਾਵੇਂ ਸਰੀਰ ਤੋਂ ਰਹਿਤ ਕਿਉਂ ਨਾ ਹੋ ਜਾਵਾਂ। ਰਾਮ ਬਾਜ ਸੀਤਾ ਪ੍ਰਤੀ। ਰਾਮ ਨੇ ਸੀਤਾ ਜੀ ਪ੍ਰਤੀ ਕਿਹਾ, ਮਨੋਹਰ ਛੰਦ। ਜੋ ਨਾ ਰਹੂੰ ਸਸੁਰਾਰ ਕ੍ਰਿਸੋਦਰ, ਜਾਹ ਪਿਤਾ ਗ੍ਰਹਿ ਤੋਹ ਪਠੇ ਦਿਉ। ਹੇ ਪਤਲੇ ਲਕਵਾਲੀਏ, ਜੇ ਤੂੰ ਇੱਥੇ ਸਹੁਰੇ ਘਰ ਰਹਿਣਾ ਪਸੰਦ ਨਾ ਕਰੇ ਤਾਂ ਪਿਤਾ ਦੇ ਘਰ ਚਲੀ ਜਾ, ਮੈਂ ਹੁਣੇ ਹੀ ਤੈਨੂੰ ਭੇਜ ਦਿੰਦਾ ਹਾਂ। ਨੈਕ ਸੇ ਪਾਨਨ ਤੇ ਹਮ ਕਉ ਜੋਈ ਠਾਟ, ਕਹੋ ਸੋਈ ਕਾਟ ਗਿਠੇ ਦਿਓ। ਤੂੰ ਆਪਣੇ ਮੁਖ ਤੋਂ ਥੋੜ੍ਹਾ ਜਿਹਾ ਸੰਕੇਤ ਕਰ ਦੇ, ਜਿਵੇਂ ਕਹੇ ਮੈਂ ਉਵੇਂ ਪ੍ਰਬੰਧ ਕਰ ਦਿਆਂਗਾ। ਜੇ ਕਿਛ ਚਾਹ ਕਰੋ ਤਨ ਕੀ, ਟੁਕ ਮੋਹ ਕਹੋ ਸਭ ਤੋਹ ਉਠੇ ਦਿਓ। ਜੇ ਤਨ ਦੀ ਕੁਛ ਚਾਹ ਹੈ ਤਾਂ ਜ਼ਰਾ ਜਿੰਨਾ ਕਹਿ, ਸਭ ਕੁਛ ਤੈਨੂੰ ਚੁਕਵਾ ਦਿਆਂ। केतक औद को राज सलोचन, रंक को लंक निसंक लुटे दियों। हे सुलोचनी, अयोध्या ਦਾ ਰਾਜ ਕੀ ਹੈ, ਜੇ ਤੂੰ ਕਹੇਂ ਤਾਂ ਨਿਸੰਗ ਹੋ ਕੇ ਲੰਕਾ ਦਾ ਰਾਜ ਕੰਗਾਲਾਂ ਤੋਂ ਲੁਟਵਾ ਦਿਆਂ। ਕੋਰ ਸਿਆ ਬਨ ਤੂੰ ਸੁਕੁਮਾਰ, ਕਹੋ ਹਮ ਸੋ ਕਸ ਤੈ ਨਿਭੇ ਹੈ। हे ਸੀਤਾ, ਜੰਗਲ ਡਰਾਉਣਾ ਹੈ, ਤੂੰ ਕੋਮਲ ਹੈ, ਮੈਨੂੰ ਦੱਸ ਤੂੰ ਕਿਸ ਤਰ੍ਹਾਂ ਨਿਭੇਗੀ। ਗੁੰਜਤ ਸਿੰਘ ਡਕਾਰਤ ਕੋਲ, ਭਿਆਨਕ ਪੀ ਲਖੇ ਪ੍ਰਮ ਐ ਹੈ। ਸ਼ੇਰ ਬੁਕਦੇ ਹਨ, ਸੂਰ ਡਕਾਰਦੇ ਹਨ, ਡਰਾਉਣੇ ਭੀਲਾਂ ਨੂੰ ਵੇਖ ਕੇ ਡਰ ਲੱਗਦਾ ਹੈ। ਸੁੰਕਤ ਸਾਪ ਬਕਾਰਤ ਬਾਘ, ਪਕਾਰਤ ਪੂਤ ਮਹਾ ਦੁਖ ਪੈ ਹੈ। ਸੱਪ ਛੂਕਦੇ ਹਨ, ਬਾਘ ਘੁਰਾਉਂਦੇ ਹਨ, ਭੂਤ ਪਕਾਰਦੇ ਹਨ, ਇਸ ਲਈ ਬਹੁਤ ਦੁੱਖ ਪਾਏਂਗੀ। ਤੂੰ ਸੁਕੁਮਾਰ ਰਚੀ ਕਰਤਾਰ ਵਿਚਾਰ, ਚਲੇ ਤੁਹੀਂ ਕਿਉਆਂ ਬਨ ਐਹ। ਤੈਨੂੰ ਕਰਤਾਰ ਨੇ ਬਹੁਤ ਕੋਮਲ ਬਣਾਇਆ ਹੈ, ਵਿਚਾਰ ਕਰਕੇ ਵੇਖ ਕਿ ਬਣ ਵੱਲ ਜਾਣ ਨਾਲ ਤੇਰੀ ਕਿਵੇਂ ਬਣਾਏਗੀ। ਸੀਤਾਵਾਚ ਸ਼੍ਰੀ ਰਾਮ ਸੋ। ਸੀਤਾ ਜੀ ਨੇ ਸ਼੍ਰੀ ਰਾਮ ਚੰਦਰ ਪ੍ਰਤੀ ਕਿਹਾ, ਮਨੋਹਰ ਛੰਦ। ਸੂਲ ਸਹੋਂ ਤਨ ਸੂਖ ਰਹੋਂ, ਪਰਸੀ ਨਾ ਕਹੂੰ ਸਿਰ ਸੂਲ ਸਹੋਂਗੀ। ਸੂਲ ਸਹਿਨ ਕਰਾਂਗੀ, ਤਨ ਭਾਵੇਂ ਸੁੱਕ ਜਾਵੇ, ਪਰ ਮੁਖੋਂ ਸੀ ਨਹੀਂ ਕਰਾਂਗੀ, ਅਤੇ ਹਰ ਪ੍ਰਕਾਰ ਦੇ ਦੁੱਖ ਸਿਰ ਉੱਤੇ ਸਹਾਂਗੀ। ਬਾਗ ਬੁਕਾਰ ਫਨੀਨ ਫੁਕਾਰ, ਸੋ ਸੀਸ ਗਿਰੋਂ ਪਰ ਸੀ ਨਾ ਕਹੂੰਗੀ। ਸ਼ੇਰਾਂ ਦਾ ਬੁਕਣਾ, ਸੱਪਾਂ ਦਾ ਛੂਕਣਾ, ਆਦਿਕ ਦੁੱਖਾਂ ਦਾ ਪਹਾੜ ਸਿਰ ਉੱਤੇ ਡਿੱਗ ਪਵੇ, ਪਰ ਮੈਂ ਸੀ ਨਹੀਂ ਕਹਾਂਗੀ। ਬਾਸ ਕਹਾਂ ਬਨਬਾਸ ਪਲੋ, ਨਹੀਂ ਪਾਸ ਤਜੋ ਪੀ ਪਾਏ ਕਹੂੰਗੀ। ਬਾਸ ਕਹਾਂ ਬਨਬਾਸ ਪਲੋ, ਨਹੀਂ ਪਾਸ ਤਜੋ ਪੀ ਪਾਏ ਕਹੂੰਗੀ। हे ਪਤੀ ਦੇਵ, ਆਪ ਬਗੈਰ ਮਹਿਲਾਂ ਵਿੱਚ ਕੀ ਵਸਣਾ, ਇਸ ਨਾਲੋਂ ਬਣਾ ਵਿੱਚ ਰਹਿਣਾ ਹੀ ਚੰਗਾ ਹੈ, ਕਿਉਂਕਿ ਉੱਥੇ ਮੈਂ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਰਹਾਂਗੀ। ਹਾਸ ਕਹਾਂ ਇਹ ਉਦਾਸ ਸਮੇਂ, ਗ੍ਰਹਿ ਆਸ ਰਹੋ ਪਰ ਮੈਂ ਨਾ ਰਹੂੰਗੀ। ਇਸ ਉਦਾਸੀ ਦੇ ਵੇਲੇ ਹਾਸਾ ਕਿਹਾ, ਘਰ ਵਿੱਚ ਭਾਵੇਂ ਆਸ ਬਣੀ ਰਹੇ, ਪਰ ਮੈਂ ਨਹੀਂ ਰਹਾਂਗੀ। ਰਾਮ ਬਾਚ ਸੀਤਾ ਪ੍ਰਤੀ। ਰਾਮ ਨੇ ਸੀਤਾ ਜੀ ਪ੍ਰਤੀ ਕਿਹਾ, ਰਾਸ ਕਹੋ ਤੋਹ ਬਾਸ ਕਰੋ, ਗ੍ਰਹਿ ਸਾਸ
ਕੀ ਸੇਵ ਭਲੀ ਬਿਦ ਕੀਜੇ। ਹੇ ਸੀਤਾ, ਮੈਂ ਤੈਨੂੰ ਠੀਕ ਕਹਿੰਦਾ ਹਾਂ, ਤੂੰ ਘਰ ਵਿੱਚ ਰਹਿ ਅਤੇ ਸੱਸ ਦੀ ਸੇਵਾ ਚੰਗੀ ਤਰ੍ਹਾਂ ਨਾਲ ਕਰ। ਕਾਲ ਹੀ ਬਾਸ ਬਨੇ ਮ੍ਰਿਗ ਲੋਚਨ, ਰਾਜ ਕਰੋ ਤੁਮ ਸੋ ਸੁਨ ਲੀਜੇ। ਹੇ ਮ੍ਰਿਗ ਲੋਚਨੀ, ਸੁਣ ਲੈ, ਕੱਲ ਹੀ ਬਣ ਵਿੱਚ ਨਿਵਾਸ ਕਰਾਂਗਾ। ਬਨਵਾਸ ਦਾ ਸਮਾਂ ਗੁਜ਼ਾਰ ਕੇ ਮੈਂ ਤੇਰੇ ਨਾਲ ਮਿਲ ਕੇ ਰਾਜ ਕਰਾਂਗਾ। ਜੋ ਨਾ ਲਗੇ ਜੀਏ ਔਧ ਸੁਭਾਨਨ, ਜਾਹ ਪਿਤਾ ਗ੍ਰਹਿ ਸਾਚ ਪਨੀਜੇ। ਹੇ ਸੋਹਣੇ ਮੁਖ ਵਾਲੀਏ, ਮੈਂ ਸੱਚ ਕਹਿੰਦਾ ਹਾਂ, ਜੇਕਰ ਅਯੋਧਿਆ ਵਿੱਚ ਤੇਰਾ ਮਨ ਨਾ ਲੱਗੇ ਤਾਂ ਪਿਤਾ ਦੇ ਘਰ ਚਲੀ ਜਾ। ਤਾਤ ਕੀ ਬਾਤ ਗੜੀ ਜਿਯ ਜਾਤ, ਸਿਧਾਤ ਬਨੇ ਮੋਹ ਆਇਸ ਦੀਜੇ। ਪਿਤਾ ਦੀ ਗੱਲ ਮੇਰੇ ਚਿੱਤ ਵਿੱਚ ਵਸ ਗਈ ਹੈ, ਇਸ ਲਈ ਬਣ ਵਿੱਚ ਜਾਣਾ ਬਣਦਾ ਹੈ। ਹੁਣ ਮੈਨੂੰ ਵਿਦਾ ਕਰ। ਲਛਮਣ ਬਾਜ। ਲਛਮਣ ਨੇ ਕਿਹਾ, ਬਾਤ ਇਤੇ ਇਹ ਪਾਤ ਪਈ, ਸੁਨ ਆਈ ਕੇ ਪ੍ਰਾਤ ਸਰਾਸਨ ਲੀਨੇ। ਇੱਧਰ ਇਸ ਪ੍ਰਕਾਰ ਦੀ ਹੋਈ ਗੱਲ ਨੂੰ ਸੁਣ ਕੇ ਭਰਾਤਾ ਲਛਮਣ ਹੱਥ ਵਿੱਚ ਧਨੁਸ਼ ਬਾਣ ਲੈ ਕੇ ਆ ਗਿਆ। ਕੌਣ ਕਪੂਤ ਪਇਓ ਕੁਲ ਮੈਂ ਜਿਨ, ਰਾਮ ਹੀ ਬਾਸ ਬਨੇ ਕਹੋ ਦੀਨੇ। ਅਤੇ ਕਹਿਣ ਲੱਗਾ, ਸੂਰਜ ਕੁਲ ਵਿੱਚ ਕੌਣ ਕੁਪੁੱਤਰ ਪੈਦਾ ਹੋਇਆ ਹੈ ਜਿਸਨੇ ਰਾਮ ਨੂੰ ਬਨਵਾਸ ਦਿੱਤਾ ਹੈ। ਕਾਮ ਨੇ ਬਾਨ ਬਦਿਓ, ਬਸ ਕਾਮਨ ਕੂਰ ਕੁਚਾਲ ਮਹਾਮਤ ਹੀਨੇ। ਕਾਮ ਦੇ ਬਾਣ ਨਾਲ ਮਿੰਨਰਿਆ ਅਤੇ ਇਸਤਰੀ ਦੇ ਵਸ ਵਿੱਚ ਹੋਇਆ ਰਾਜਾ ਝੂਠਾ, ਮਾੜੇ ਚੱਲਣ ਵਾਲਾ ਅਤੇ ਬਹੁਤ ਹੀ ਮਤਹੀਣ ਹੈ। ਰਾਡ ਕੁਬਾੜ ਕੇ ਹਾਥ ਬਿਕਿਓ, ਕਪ ਨਾਚਤ ਨਾਚ ਛਰੀ ਜਿਮ ਚੀਨੇ। ਅਤੇ ਦੁਰਬੁੱਧ ਔਰਤ ਦੇ ਹੱਥ ਵਿਕਿਆ ਹੋਇਆ ਹੈ, ਇਸ ਤਰ੍ਹਾਂ ਨੱਚ ਰਿਹਾ ਹੈ ਜਿਵੇਂ ਸੋਟੀ ਦੇ ਇਸ਼ਾਰੇ ਨੂੰ ਪਛਾਣ ਕੇ ਬੰਦਰ ਨੱਚਦਾ ਹੈ। ਕਾਮ ਕੋ ਡੰਡ ਲੀਏ, ਕਰਕੇ ਕਈ ਬਾਨਰ ਜਿਉ ਨ੍ਰਿਪ ਨਾਚ ਨਚਾਵੇ। ਕਾਮ ਦਾ ਡੰਡਾ ਹੱਥ ਵਿੱਚ ਲਏ ਹੋਏ ਕੈਕਈ ਬੰਦਰ ਵਾਂਗ ਰਾਜੇ ਦਸ਼ਰਥ ਨੂੰ ਨਾਚ ਨਚਾਉਂਦੀ ਹੈ। ਐਠਨ ਐਠ ਅਮੈਠ ਲੀਏ, ਡਿਗ ਬੈਠ ਸੁਆ ਜਿਮ ਪਾਠ ਪੜਾਵੇ। ਹੰਕਾਰ ਦੀ ਭਰੀ ਹੈਂਕੜ ਬਾਜ਼ ਨੇ ਹਠ ਪੂਰਵਕ ਰਾਜੇ ਕੋਲ ਬੈਠ ਕੇ ਤੋਤੇ ਵਾਂਗ ਪਾਠ ਪੜਾਇਆ ਹੈ। ਸੌਤਨ ਸੀਸ ਹੋਵੈ ਈਸਕ, ਈਸ ਪ੍ਰਥੀਸ ਜਿਉ ਚਾਮ ਕੇ ਦਾਮ ਚਲਾਵੇ। ਸੌਤਨ ਸੀਸ ਹੋਵੈ ਈਸਕ, ਈਸ ਪ੍ਰਥੀਸ ਜਿਉ ਚਾਮ ਕੇ ਦਾਮ ਚਲਾਵੇ। ਸੁਆਮੀ ਦੇ ਸੁਆਮੀ ਹੋ ਕੇ ਸੌਂਕਣਾ ਦੇ ਸਿਰ ਉੱਤੇ ਰਾਜੇ ਵਾਂਗ ਚਮ ਦੇ ਦਮ ਚਲਾਉਂਦੀ ਹੈ। ਕੂਰ ਕੁਜਾਤ ਕੁਪੰਥ ਦੁਰਾਨਨ, ਲੋਗ ਗਏ ਪਰ ਲੋਕ ਗਵਾਵੇ। ਝੂਠੀ ਨੀਚ ਜਾਤੀ ਵਾਲੀ ਅਤੇ ਭੈੜੇ ਮੂੰਹ ਵਾਲੀ ਮਾੜੇ ਰਾਹ 'ਤੇ ਚੱਲ ਕੇ ਲੋਕ ਅਤੇ ਪਰਲੋਕ ਨੂੰ ਗਵਾ ਰਹੀ ਹੈ। ਲੋਗ ਕੁਟੇਵ ਲਗੇ ਉਨਕੀ, ਪ੍ਰਭ ਪਾਵ ਤਜੇ ਮੋਹ ਕਯੋ ਬਨ ਐਵੇ ਐਹੇ। ਲੋਕ ਕੁਟੇਵ ਲਗੇ ਉਨਕੀ, ਪ੍ਰਭ ਪਾਵ ਤਜੇ ਮੋਹ ਕਯੋ ਬਨ ਐਹੈ। ਲੋਕੀ ਉਹਨਾਂ ਦੋਹਾਂ ਰਾਜੇ ਅਤੇ ਰਾਣੀ ਦੀ ਨਿੰਦਾ ਵਿੱਚ ਲੱਗੇ ਹੋਏ ਹਨ। ਜੋ ਰਾਮ ਚੰਦਰ ਬਨਵਾਸ ਪਾਉਂਦੇ ਹਨ ਤਾਂ ਮੈਨੂੰ ਘਰ ਬੈਠਣਾ ਕਿਵੇਂ ਬਣ ਆਉਂਦਾ ਹੈ। ਜਉ ਹਟ ਬੈਠ ਰਹੋ, ਕਰ ਮੋਹ ਜਸ ਕਯੋ ਚਲਿਓ ਰਘੁਬੰਸ ਲਜੈ ਹੈ। ਜੇ ਹਟ ਕੇ ਘਰ ਵਿੱਚ ਬੈਠ ਰਹਾ ਤਾਂ ਯਸ਼ ਕਿਵੇਂ ਹੋਵੇਗਾ, ਸਗੋਂ ਰਘੁਬੰਸ ਸ਼ਰਮਸਾਰ ਹੋਵੇਗਾ।
ਕਾਲ ਹੀ ਕਾਲ ਉਚਾਰਤ ਕਾਲ ਗਇਓ ਇਹ ਕਾਲ ਸਭੋ ਛਲ ਜੈ ਹੈ। ਕੱਲ ਹੀ ਕੱਲ ਕਹਿੰਦਿਆਂ ਸਮਾਂ ਬੀਤ ਜਾਏਗਾ, ਇਹ ਕਾਲ ਸਭ ਨੂੰ ਛਲ ਜਾਏਗਾ। ਤਾਮ ਰਹੋ ਨਹੀਂ ਸਾਚ ਕਹੋ ਇਹ ਕਾਤ ਗਈ ਫਿਰ ਹਾਥ ਨਾ ਐ ਹੈ। ਮੈਂ ਘਰ ਵਿੱਚ ਨਹੀਂ ਰਹਾਂਗਾ, ਮੈਂ ਸੱਚ ਕਹਿੰਦਾ ਹਾਂ, ਕਿਉਂਕਿ ਇਹ ਅਵਸਰ ਚੁੱਕ ਗਿਆ ਤਾਂ ਮੁੜ ਕੇ ਹੱਥ ਨਹੀਂ ਆਵੇਗਾ। ਚਾਪ ਥਰੇ ਕਰ ਚਾਰ ਕੁ ਤੀਰ ਤੁਨੀਰ ਕਸੇ ਦੋਂ ਬੀਰ ਸੁਹਾਏ। ਹੱਥ ਧਨੁਸ਼ ਧਨੁਸ਼ ਪਕੜ ਕੇ ਪੱਥਾ ਲੱਕ ਨਾਲ ਕਸ ਕੇ ਦੂਜੇ ਹੱਥ ਵਿੱਚ 4 ਤੀਰ ਲਏ ਹੋਇਆਂ ਦੋਵੇਂ ਸੂਰਮੇ ਸ਼ੋਭਾ ਪਾ ਰਹੇ ਹਨ। ਆਵਦ ਰਾਜ ਤ੍ਰਿਆ ਜਹ ਸੋਬਤ ਹੋਣ ਬਿਦਾ ਤਹ ਤੀਰ ਸਿਧਾਏ। ਰਾਜੇ ਦਸ਼ਰਥ ਦੀਆਂ ਰਾਣੀਆਂ ਕੁਸ਼ਲਿਆ ਅਤੇ ਸੁਮਿਤਰਾ ਜਿੱਥੇ ਬੈਠੀਆਂ ਸਨ, ਵਿਦਾਇਗੀ ਲੈਣ ਲਈ ਉਹਨਾਂ ਕੋਲ ਗਏ ਹਨ। ਪਾਏ ਭਰੇ ਪਰ ਨੈਣ ਰਹੇ ਪਰ ਮਾਤ ਭਲੀ ਬਿਦ ਕੰਠ ਲਗਾਏ। ਜਾ ਕੇ ਚਰਨੀ ਪੈ ਗਏ ਹਨ ਅਤੇ ਅੱਖਾਂ ਜਲ ਨਾਲ ਭਰ ਗਈਆਂ ਹਨ। ਮਾਤਾਵਾਂ ਨੇ ਗਲਵਕੜੀ ਵਿੱਚ ਭਰ ਕੇ ਚੰਗੀ ਤਰ੍ਹਾਂ ਕੁੱਟ ਕੇ ਗਲ ਨਾਲ ਲਾਇਆ। ਬੋਲੇ ਤੇ ਪੂਤ ਨਾ ਆਵਤ ਤਾਂ ਬੁਲਾਏ, ਲਿਓ ਆਪਨ ਤੇ ਕਿਮ ਆਏ। ਅਤੇ ਕਹਿਣ ਲੱਗੀਆਂ, ਹੇ ਪੁੱਤਰ, ਅੱਗੇ ਤਾਂ ਬੁਲਾਉਣ ਤੇ ਵੀ ਘਰ ਨਹੀਂ ਆਉਂਦੇ ਸੋ ਅੱਜ ਆਪਣੇ ਆਪ ਕਿਵੇਂ ਆਏ ਹੋ। ਰਾਮਬਾਜ ਮਾਤਾ ਪ੍ਰਤੀ। ਸ਼੍ਰੀ ਰਾਮ ਨੇ ਮਾਤਾ ਪ੍ਰਤੀ ਕਿਹਾ, तात दयो बनवास हमें तुम देह रजाए अबे तह जाऊं। ਮੈਨੂੰ ਪਿਤਾ ਨੇ ਬਨਵਾਸ ਦਿੱਤਾ ਹੈ, ਤੁਸੀਂ ਆਗਿਆ ਦਿਓ ਤਾਂ ਕਿ ਹੁਣੇ ਹੀ ਉੱਥੇ ਚਲਾ ਜਾਵਾਂ। ਕੰਟਕ ਕਾਨ ਬੇਹੜ ਗਾਹੇ ਤ੍ਰਿਯੋਦਸ ਬਰਖ ਬਿਤੇ ਫਿਰ ਆऊं। ਜੰਗਲ ਦੇ ਕੰਢਿਆਂ ਅਤੇ ਔਖੀਆਂ ਘਾਟੀਆਂ ਨੂੰ ਗਾਹ ਕੇ 13 ਸਾਲ ਬੀਤਣ ਤੋਂ ਬਾਅਦ ਮੁੜ ਜਾਵਾਂਗਾ। ਜੀਤ ਰਹੇ ਤੂੰ ਮਿਲੋ ਫਿਰ ਮਾਤ ਮਰੇ ਗਏ ਭੂਲ ਪਰੀ ਬਖਸਾਉਂ। ਜਿਉਂਦਿਆਂ ਰਿਹਾ ਤਾਂ ਹੇ ਮਾਤਾ ਮੁੜ ਕੇ ਤੁਹਾਨੂੰ ਆ ਮਿਲਾਂਗਾ, ਜੇ ਮਰ ਗਿਆ ਤਾਂ ਜਿਹੜੀ ਕੋਈ ਭੁੱਲ ਹੋ ਗਈ ਹੈ ਉਹ ਹੁਣੇ ਹੀ ਬਖਸ਼ਾਉਂਦਾ ਹਾਂ। ਪੂਪਹ ਕੈ ਅਰਣੀ ਬਰਤੇ ਬਸ ਕੇ ਬਲ ਮੋ ਫਿਰ ਰਾਜ ਕਮਾਓ। ਰਾਜੇ ਦਸ਼ਰਥ ਨੂੰ ਕੈਕੇਈ ਦੇ ਵਰ ਰੂਪ ਰਿਣ ਤੋਂ ਮੁਕਤ ਕਰਕੇ ਜੰਗਲ ਵਿੱਚ ਵਾਸ ਤੋਂ ਬਾਅਦ ਫਿਰ ਆ ਕੇ ਰਾਜ ਭੋਗਾਂਗਾ। ਮਾਤਾ ਬਾਜ ਸ਼੍ਰੀ ਰਾਮ ਸੋ। ਮਾਤਾ ਬਾਜ ਰਾਮ ਸੋ। ਮਾਤਾ ਰਾਮ ਪ੍ਰਤੀ ਕਹਿਣ ਲੱਗੀ, ਮਨੋਹਰ ਛੰਦ। ਮਾਤ ਸੁਨੀ ਇਹ ਬਾਤ ਜਬੇ ਤਬ ਰੋਵਤ ਹੀ ਸੁਤ ਕੇ ਉਰ ਲਾਗੀ। ਜਦੋਂ ਮਾਤਾ ਨੇ ਇਹ ਗੱਲ ਸੁਣੀ ਤਦੋਂ ਰੋਂਦਿਆਂ ਹੋਇਆ ਪੁੱਤਰ ਦੇ ਗਲ ਲੱਗ ਗਈ। ਹਾ ਰਘੁਬੀਰ ਸਿਰੋਮਣ ਰਾਮ ਚਲੇ ਬਨ ਕਉ ਮੋਹ ਕਉ ਕਤ ਤਿਆਗੀ। ਕਹਿਣ ਲੱਗੀ, ਹਾਏ ਰਘੁਕੁਲ ਦੇ ਸ਼ਿਰੋਮਣੀ ਰਾਮ, ਤੂੰ ਮੈਨੂੰ ਕਿਉਂ ਅਤੇ ਕਿਸ ਕਰਕੇ ਛੱਡ ਕੇ ਬਣ ਨੂੰ ਚੱਲਿਆ ਹੈ। ਨੀਰ ਬਿਨਾ ਜਿਮ ਮੀਨ ਦਸਾ ਤਿਮ ਭੂਖ ਪਿਆਸ ਗਈ ਸਭ ਭਾਗੀ। ਪਾਣੀ ਤੋਂ ਬਿਨਾਂ ਮਛਲੀ ਦੀ ਜੋ ਹਾਲਤ ਹੁੰਦੀ ਹੈ ਉਹੀ ਕੁਸ਼ਲਿਆ ਦੀ ਹਾਲਤ ਹੋਈ ਅਤੇ ਉਸ ਦੀ ਸਾਰੀ ਭੁੱਖ ਤ੍ਰੇਹ ਖਤਮ ਹੋ ਗਈ। ਚੋਮ ਚਰਾਕ ਚਰੀ ਚਟ ਬਾਲ ਵਿਸਾਲ ਦਵਾ ਉਨਕੀ ਉਰ ਲਾਗੀ। ਕੇਰਨੀ ਖਾ ਕੇ ਕੁਸ਼ਲਿਆ ਝਟ ਡਿੱਗ ਪਈ ਅਤੇ ਉਸਦੇ ਹਿਰਦੇ ਵਿੱਚ
ਰਾਮ ਅਤੇ ਲਛਮਣ ਦੇ ਵਿਯੋਗ ਦੀ ਅੱਗ ਲੱਗ ਗਈ। ਜੀਵਤ ਪੂਤ ਤਵਾਨਨ ਪੇਖ ਸਿਆ ਤੁਮਰੀ ਦੁੱਤ ਦੇਖ ਅਘਾਤੀ। ਹੇ ਪੁੱਤਰ, ਤੇਰਾ ਮੁਖ ਵੇਖ ਕੇ ਜਿਉਂਦੀ ਹਾਂ। ਹੇ ਸੀਤਾ, ਤੇਰੀ ਚਮਕ ਦਮਕ ਵੇਖ ਕੇ ਰਜਦੀ ਹਾਂ। ਚੀਨ ਸੁਮਿਤਰਜ ਕੀ ਛਬ ਕੋ ਸਭ ਸੋਖ ਬਿਸਾਰ ਹੀਏ ਹਰ ਖਾਤੀ। ਅਤੇ ਲਛਮਣ ਦੀ ਛਵੀ ਨੂੰ ਵੇਖ ਕੇ ਸਾਰੇ ਸ਼ੋਕ ਭੁਲਾ ਕੇ ਹਿਰਦੇ ਵਿੱਚ ਪ੍ਰਸੰਨ ਹੁੰਦੀ ਹਾਂ। ਕੇਕਈ ਆਦਿਕ ਸੌਤਨ ਕਉ ਲਖ ਪਹੁ ਚੜਾਏ ਦਸਦਾ ਗਰਬਾਤੀ। ਕੈਕਈ ਆਦਿ ਸੌਕੜਾਂ ਨੂੰ ਵੇਖ ਕੇ ਪੋਹਾ ਚੜਾ ਕੇ ਸਦਾ ਹੀ ਗਰਵ ਕਰਦੀ ਹਾਂ। ਤਾ ਕਹੋ ਤਾਤ ਅਨਾਥ ਜਿਉ ਆਜ ਚਲੇ ਬਨ ਕੋ ਤਜ ਕੇ ਬਿਲ ਲਾਤੀ। ਹੇ ਪੁੱਤਰ, ਤਦੇ ਹੀ ਉਸ ਮਾਂ ਨੂੰ ਅਨਾਥ ਵਾਂਗ ਰੋਂਦੀ ਛੱਡ ਕੇ ਅੱਜ ਬਣ ਨੂੰ ਤੁਰ ਚੱਲਿਆ ਹੈ। ਹੋਰ ਰਹੇ ਜਨ ਕੋਰ ਕਈ ਮਿਲ ਜੋਰ ਰਹੇ ਕਰ ਏਕ ਨਾ ਮਾਨੀ। ਕਰੋੜਾਂ ਵਿਅਕਤੀ ਮਿਲ ਕੇ ਬਣ ਨੂੰ ਜਾਣ ਤੋਂ ਰੋਕ ਰਹੇ ਹਨ ਅਤੇ ਹੱਥ ਜੋੜ ਰਹੇ ਹਨ, ਪਰ ਸ਼੍ਰੀ ਰਾਮ ਨੇ ਕਿਸੇ ਦੀ ਇੱਕ ਵੀ ਗੱਲ ਨਹੀਂ ਮੰਨੀ। ਲੱਛਣ ਮਾਤ ਕੇ ਤਾਮ ਬਿਦਾ ਕਹੂੰ ਜਾਤ ਭਏ ਜੀਅ ਮੋਹ ਇਹ ਠਾਨੀ। ਲਛਮਣ ਦੀ ਮਾਤਾ ਦੇ ਘਰ ਦਿਲ ਵਿੱਚ ਇਹ ਗੱਲ ਤਾਰ ਲਈ ਕਿ ਗਏ ਕਿ ਉਸ ਪਾਸੋਂ ਵਿਦਾਇਗੀ ਲੈ ਆਈਏ। ਲਛਮਣ ਦੀ ਮਾਤਾ ਦੇ ਘਰ ਦਿਲ ਵਿੱਚ ਇਹ ਗੱਲ ਤਾਰ ਲਈ ਕਿ ਗਏ ਕਿ ਉਸ ਪਾਸੋਂ ਵਿਦਾਇਗੀ ਲੈ ਆਈਏ। ਸੋ ਸੁਨ ਬਾਤ ਪਪਾਤ ਤਰਾ ਪਰ ਕਾਤ ਭਲੀ ਇਹ ਬਾਤ ਬਖਾਨੀ। ਉਹ ਸੁਮਿਤਰਾ ਇਸ ਗੱਲ ਨੂੰ ਸੁਣਦਿਆਂ ਹੀ ਧਰਤੀ ਉੱਤੇ ਡਿੱਗ ਪਈ। ਇਸ ਅਵਸਰ ਦੀ ਗੱਲ ਇੰਝ ਵਰਣਨ ਕੀਤੀ ਜਾ ਸਕਦੀ ਹੈ। ਜਾਨੁਕ ਸੇਲ ਸੁਮਾਰ ਲਗੇ ਛਿਤ ਸੋਵਤ ਸੂਰ ਵਡੇ ਅਭਿਮਾਨੀ। ਮਾਨੋ ਬਰਛੀ ਦੀ ਮਾਰ ਲੱਗਦਿਆਂ ਹੀ ਵੱਡਾ ਅਭਿਮਾਨੀ ਸੂਰਮਾ ਧਰਤੀ ਉੱਤੇ ਸੌਂ ਰਿਹਾ ਹੋਵੇ। ਕੌਣ ਕੁਜਾਤ ਕੁਕਾਜ ਕੀਓ ਜਿਨ ਰਾਘਵ ਕੋ ਇਹ ਪਾਤ ਬਖਾਨਿਓ। ਕਿਹੜੀ ਨੀਚਣੀ ਨੇ ਇਹ ਕੁਕਰਮ ਕੀਤਾ ਹੈ ਜਿਸ ਨੇ ਰਾਮਚੰਦਰ ਨੂੰ ਇਸ ਤਰ੍ਹਾਂ ਕਿਹਾ ਹੈ। ਲੋਕ ਅਲੋਕ ਗਵਾਏ ਦੁਰਾਨਨ ਭੂਪ ਸੰਘਾਰ ਤਹਾਂ ਸੁਖ ਮਾਨਿਓ। ਪੈੜੇ ਮੂੰਹ ਵਾਲੀ ਨੇ ਲੋਕ ਪਰਲੋਕ ਨੂੰ ਗਵਾ ਕੇ ਅਤੇ ਰਾਜੇ ਨੂੰ ਮਾਰ ਕੇ ਵੱਡਾ ਸੁਖ ਮਾਣਿਆ ਹੈ। ਪਰਮ ਗਇਓ ਉਡ ਕਰਮ ਕਰਿਓ ਕਟ ਧਰਮ ਕੋ ਤਿਆਗ ਅਧਰਮ ਪ੍ਰਮਾਨਿਓ। ਸਾਰਾ ਭੁਲੇਖਾ ਮਿਟ ਗਿਆ ਕਿਉਂਕਿ ਉਸਨੇ ਘਟੀਆ ਕਰਮ ਕੀਤਾ ਹੈ, ਧਰਮ ਨੂੰ ਛੱਡ ਕੇ ਅਧਰਮ ਪ੍ਰਵਾਨ ਕੀਤਾ ਹੈ। ਨਾਕ ਕਟੀ ਨਿਰਲਾਜ ਨਿਸਾਚਰ ਨਾਕ ਕਟੀ ਨਿਰਲਾਜ ਨਿਸਾਚਰ ਨਾਹ ਨਿਪਾਤਤ ਨੇਹ ਨਾ ਮਾਨਿਓ। ਉਸ ਨਿਰਲਜ ਰਾਖਸ਼ਣੀ ਨੇ ਸਾਰੇ ਖਾਨਦਾਨ ਦੀ ਨੱਕ ਵੱਢ ਦਿੱਤੀ ਹੈ। ਉਸਨੇ ਰਾਜੇ ਨੂੰ ਮਾਰਦੇ ਹੋਇਆਂ ਵੀ ਸਨੇਹ ਨਹੀਂ ਪ੍ਰਗਟ ਕੀਤਾ। ਸੁਮਿਤਰਾ ਬਾਚ। ਲਛਮਣ ਪ੍ਰਤੀ ਸੁਮਿਤਰਾ ਨੇ ਕਿਹਾ, ਦਾਸ ਕੋ ਪਾਵ ਤਰੇ ਰਹਿਓ ਸੁਤਮਾਤ ਸਰੂਪ ਸਿਆ ਪਹਿਚਾਨੋ। ਹੇ ਪੁੱਤਰ, ਦਾਸ ਭਾਵ ਨੂੰ ਤਾਰੀ ਰੱਖਣਾ, ਸੀਤਾ ਨੂੰ ਮਾਤਾ ਸਰੂਪ ਪਛਾਣਨਾ। ਤਾਤ ਕੀ ਤੁਲ ਸਿਆਪਤ ਕਉ ਕਰਕੇ ਇਹ ਬਾਤ ਸਹੀ ਕਰ ਮਾਨੋ। ਪਿਤਾ ਦੇ ਬਰਾਬਰ ਸੀਤਾ ਦੇ ਪਤੀ ਰਾਮਚੰਦਰ ਨੂੰ ਸਮਝ ਕੇ ਇਹ ਗੱਲ ਸਹੀ ਕਰਕੇ ਮੰਨਣਾ। ਜੇਤਕ ਕਾਨਨ ਕੇ ਦੁਖ ਹੈ
ਸਭ ਸੋ ਸੁਖ ਕੇ ਤਨ ਪੈ ਅਨਮਾਨੋ। ਕਿ ਜਿੰਨੇ ਵੀ ਬਣ ਦੇ ਦੁੱਖ ਹਨ ਉਹਨਾਂ ਸਾਰਿਆਂ ਨੂੰ ਤਨ ਉੱਤੇ ਸੁੱਖ ਕਰਕੇ ਅਨੁਭਵ ਕਰਨਾ। ਰਾਮ ਕੇ ਪਾਏ ਗਏ ਰਹਿਓ ਬਨ ਕੇ ਕਰ ਕੋ करके बन जानो। राम के पाए कहे रहियो बन के कर को करके बन जानो। ਰਾਮਚੰਦਰ ਦੇ ਚਰਨ ਫੜੀ ਰੱਖਣਾ, ਕਰ ਨੂੰ ਬਣ ਅਤੇ ਬਣ ਨੂੰ ਕਰ ਕਰਕੇ ਜਾਣਨਾ। ਰਾਜੀਵ ਲੋਚਨ ਰਾਮ ਕੁਮਾਰ ਚਲੇ ਬਨ ਕਉ ਸੰਗ ਪ੍ਰਾਤ ਸੁਹਾਇਓ। ਕਮਲ ਵਰਗੀਆਂ ਅੱਖਾਂ ਵਾਲੇ ਰਾਮ ਕੁਮਾਰ ਬਣ ਨੂੰ ਚੱਲੇ ਹਨ, ਨਾਲ ਛੋਟਾ ਭਰਾ ਸ਼ੋਭਾ ਪਾ ਰਿਹਾ ਹੈ। ਦੇਵ ਅਦੇਵ ਨਿਛਤਰ ਸਚੀਪਤ ਚੌਕੇ ਚਕੇ ਮਨ ਮੋਦ ਬਡਾਇਓ। ਦੇਵਤੇ, ਦੈਂਤ, ਤਾਰੇ ਅਤੇ ਇੰਦਰ ਆਦਿ ਚੌਂਕ ਕੇ ਚਕਰਿਤ ਹੋਏ ਹਨ ਅਤੇ ਮਨ ਵਿੱਚ ਆਨੰਦ ਵਧਾਇਆ ਹੈ। ਆਨਨ ਬਿੰਬ ਪਰਿਓ ਬਸੁਧਾ ਪਰ ਫੈਲ ਰਹਿਓ ਫਿਰ ਹਾਥ ਨ ਆਇਓ। ਜਿਸ ਦੇ ਮੂੰਹ ਦੀ ਪਰਛਾਈ ਧਰਤੀ ਉੱਤੇ ਪੈ ਕੇ ਪਸਰ ਜਾਂਦੀ ਹੈ ਅਤੇ ਫਿਰ ਹੱਥ ਨਹੀਂ ਆਉਂਦੀ। बीच आकाश निवास कियो तिन ताही ते नाम मयंक कहायो। उसने आकाश विच निवास किया होया है, इसे करके अपना नाम चंद्रमा अखवाया है। दोहरा। पित आज्ञा ते बन चले तज गृह राम कुमार। पिता दी आज्ञा करके राम कुमार कर ਨੂੰ ਛੱਡ ਕੇ ਬਣ ਨੂੰ ਚੱਲੇ ਹਨ। ਸੰਗ ਸਿਆ ਮ੍ਰਿਗ ਲੋਚਨੀ ਜਾ ਕੀ ਪ੍ਰਭਾ ਅਪਾਰ। ਅਤੇ ਉਹਨਾਂ ਦੇ ਨਾਲ ਮ੍ਰਿਗ ਨੈਣੀ ਸੀਤਾ ਹੈ ਜਿਸ ਦੀ ਅਪਾਰ ਸੁੰਦਰਤਾ ਹੈ। ਇਤ ਸ਼੍ਰੀ ਰਾਮ ਬਨਵਾਸ ਦੀਬੋ। ਇੱਥੇ ਸ਼੍ਰੀ ਰਾਮ ਨੂੰ ਬਨਵਾਸ ਦੇਣਾ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।